ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਜੁੜ ਗਏ ਨੇ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਤੇ ਮੈਂ ਹਰਜੀਤ ਸਿੰਘ ਗਿੱਲ। ਟੋਰਾਂਟੋ ਸਟੂਡੀਓ ਤੋਂ ਤੁਹਾਨੂੰ ਮੁਖਾਤਬ ਹੈ। ਵੈਸੇ ਟੋਰਾਂਟੋ ਤੋਂ ਹੀ ਦੂਜੇ ਪਾਸਿਓਂ ਪ੍ਰੋਫੈਸਰ ਜਗੀਰ ਸਿੰਘ ਸਾਡੇ ਨਾਲ ਜੁੜੇ ਨੇ। ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ, ਕੁਝ ਖਬਰਾਂ ਤੁਹਾਡੇ ਨਾਲ ਕਰਨੀਆਂ ਨੇ ਪੰਜਾਬ ਦੀਆਂ ਸਾਂਝੀਆਂ। ਉਸ ਤੋਂ ਪਹਿਲਾਂ ਤੁਸੀਂ ਜਿਹੜਾ ਲੰਘਿਆ ਐਤਵਾਰ ਆ, ਕਿਸਾਨ ਜਿਹੜੀ ਫਾਰਮਰ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਜਥੇਬੰਦਕ ਪ੍ਰੋਗਰਾਮ ਉਲੀਕਿਆ ਸੀਗਾ। ਮੈਂ ਤੁਹਾਡੇ ਕੋਲ ਉਹਦੀ ਰਿਪੋਰਟ ਚਾਹੁੰਦਾ ਹਾਂ, ਕਿਉਂਕਿ ਦੁਨੀਆ ਭਰ ਵਿੱਚ ਇਸ ਵੇਲੇ ਜਦੋਂ ਵੀ ਕਾਲ ਆਉਂਦੀ ਆ ਕਿਸਾਨ ਜਥੇਬੰਦੀਆਂ ਦੀ, ਅਤੇ ਜਿੱਥੇ ਜਿੱਥੇ ਵੀ ਉਹਨਾਂ ਦੇ ਹਮਦਰਦ ਬੈਠੇ ਆ, ਭਾਰਤੀ ਬੈਠੇ ਆ, ਖਾਸ ਕਰਕੇ ਪੰਜਾਬੀ ਜਿੱਥੇ ਜਿੱਥੇ ਬੈਠੇ ਆ, ਉਹ ਉਹਨਾਂ ਦੀ ਸਪੋਰਟ ਵਿੱਚ ਬਾਹਰ ਨਿਕਲਦੇ ਆ। ਅਸੀਂ ਕੁਝ ਇੱਕ ਦੋਸਤਾਂ ਨਾਲ ਬਾਹਰ ਸੀਗੇ ਇਹਨਾਂ ਦਿਨਾਂ ਵਿੱਚ, ਇਸ ਕਰਕੇ ਅਸੀਂ ਉਹ ਸ਼ਾਮਲ ਨਹੀਂ ਹੋ ਸਕੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਥੋੜ੍ਹੀ ਜਿਹੀ ਰਿਪੋਰਟ ਕਰੋ। ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਹੈ ਕਾਫੀ ਤੁਹਾਡੇ ਕੰਮ ਦੀ ਤਾਰੀਫ ਕੀਤੀ ਜਾ ਰਹੀ ਆ, ਖਾਸ ਕਰਕੇ ਕਾਹਲੋਂ ਸਾਹਿਬ ਤੁਹਾਡਾ ਇਹ ਉਦਮ ਜਿਹੜਾ ਉਹਦੀ ਬੜੀ ਸਰਾਹਨਾ ਕੀਤੀ ਜਾ ਰਹੀ ਆ। ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਸੀਗਾ, ਕਿਵੇਂ ਰਿਹਾ ਸਾਰਾ ਕੁਝ? ਗਿੱਲ ਸਾਹਿਬ, ਇਹ ਪ੍ਰੋਗਰਾਮ ਜਿਹੜਾ ਹੈਗਾ, ਇਹ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ 4 ਕਿਸਾਨ ਤੇ 1 ਪੱਤਰਕਾਰ ਸ਼ਹੀਦ ਹੋਏ ਆ, ਉਹਨਾਂ ਲਈ ਇਨਸਾਫ ਮੰਗਣ ਵਾਸਤੇ, ਮਤਲਬ ਕਿ ਇੱਕ ਤਾਂ ਉਹਨਾਂ ਕਤਲਾਂ ਦੀ ਨਿਖੇਧੀ ਕਰਨ ਲਈ ਉਲੀਕਿਆ ਗਿਆ ਸੀਗਾ, ਔਰ ਦੂਜਾ ਇਹ ਕਿ ਜਿਹੜਾ ਇਹਦਾ ਮੁੱਖ ਦੋਸ਼ੀ ਆ ਆਸ਼ੀਸ਼ ਮਿਸ਼ਰਾ, ਜਿਹਨੂੰ ਮੋਨੂ ਮਿਸ਼ਰਾ ਵੀ ਕਹਿੰਦੇ ਆ, ਔਰ ਉਹ ਗ੍ਰਹਿ ਰਾਜ ਮੰਤਰੀ ਜਿਹੜਾ ਭਾਰਤ ਦਾ ਉਹਦਾ ਪੁੱਤਰ ਆ, ਭਈ ਉਹਨੂੰ ਤੇ ਜਿਹੜੇ ਹੋਰ ਉਹਦੇ ਨਾਲ ਦੋਸ਼ੀ ਹੈਗੇ ਆ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਮਿਲਣੀ ਚਾਹੀਦੀ ਆ, ਮਿਸਾਲੀ ਸਜ਼ਾ ਮਿਲਣੀ ਚਾਹੀਦੀ ਆ, ਕਿ ਤਾਂ ਕਿ ਅੱਗੋਂ ਤੋਂ ਕੋਈ ਇਸ ਕਿਸਮ ਦੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਰਨ ਦੀ ਜ਼ਰੂਰਤ ਨਾ ਕਰੇ। ਤੇ ਨਾਲ ਦੀ ਨਾਲ ਜਿਹੜੇ ਉਹਦੇ ਬਾਪ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ, ਉਹਨਾਂ ਨੂੰ ਜਿਹੜੀ ਵਜ਼ਾਰਤ ਆ ਉਹਦੇ ਚੋਂ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਤੇ ਨਾਲ ਦੀ ਨਾਲ ਉਹਨਾਂ ਤੇ ਵੀ ਧਾਰਾ 120 ਲਾ ਕੇ ਇਹਨਾਂ ਕਤਲਾਂ ਵਿੱਚ ਸ਼ਮੂਲੀਅਤ ਵਾਸਤੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਆ। ਸੋ ਇਹ ਜਿਹੜੀਆਂ ਸੀਗੀਆਂ ਮੰਗਾਂ, ਉਹਨਾਂ ਦੀ ਖਾਤਰ ਟੋਰਾਂਟੋ ਦੀਆਂ 2 ਜਿਹੜੀਆਂ ਅੰਬਰੇਲਾ ਆਰਗੇਨਾਈਜੇਸ਼ਨਸ ਹੈਗੀਆਂ, ਜਿਨ੍ਹਾਂ ਵਿੱਚ ਇੱਕ ਫਾਰਮਰਜ਼ ਸਪੋਰਟ ਗਰੁੱਪ ਆ, ਉਹਦੇ ਵਿੱਚ 8-9 ਜਥੇਬੰਦੀਆਂ ਜਿਹੜੀਆਂ ਪ੍ਰੋ ਪੀਪਲ, ਪ੍ਰੋ ਕਿਸਾਨ, ਜਿਹੜੀਆਂ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦਿਆਂ ਦੀ ਜਿਹੜੀ ਆ ਉਹ ਉਹਦੇ ਉੱਤੇ ਫੁੱਲ ਚੜਾਉਂਦੇ ਰਹੇ ਆ, ਪਹਿਰਾ ਦਿੰਦੇ ਰਹੇ ਆ। ਤੇ ਦੂਸਰੀ ਸੀਗੀ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੀ। ਇਹ 2 ਜਥੇਬੰਦੀਆਂ ਜਿਹੜੀਆਂ ਆ, ਇਹਨਾਂ ਨੇ ਰੈਲੀ ਕੀਤੀ ਜਿਹੜਾ ਵੁੱਡਬਾਈਨ ਮਾਲ ਹੈਗਾ ਈਟੋਬੀਕੋ ਦੇ ਵਿੱਚ, ਉਹਦੀ ਪਾਰਕਿੰਗ ਲਾਟ ਦੇ ਵਿੱਚ, ਔਰ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਸ਼ਾਮਲ ਹੋਏ। ਉੱਥੇ ਵੱਖਰੇ ਵੱਖਰੇ ਜਿਹੜੇ ਬੁਲਾਰੇ ਆ, ਉਹਨਾਂ ਨੇ ਇਹਨਾਂ ਮੰਗਾਂ ਸੰਬੰਧੀ ਤੇ ਜਿਹੜੇ ਲਖੀਮਪੁਰ ਖੀਰੀ ਵਾਲੇ ਸ਼ਹੀਦ ਆ ਉਹਨਾਂ ਦੇ ਕਤਲਾਂ ਦੀ ਨਿਖੇਧੀ ਕਰਨ ਸੰਬੰਧੀ ਜ਼ੋਰਦਾਰ ਭਾਸ਼ਣ ਦਿੱਤੇ। ਦਿਲੋਂ ਉਹਨਾਂ ਦੇ ਆਵਾਜ਼ ਉੱਠਦੀ ਸੀਗੀ, ਜਿਹਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਦੇ ਬੀਬੀ ਨਵਦੀਪ ਕੌਰ ਗਿੱਲ ਤੇ ਖੁਸ਼ਵੰਤ ਸਿੰਘ ਬਾਜਵਾ, ਨਾਲ ਲਖਵਿੰਦਰ ਸਿੰਘ ਧਾਲੀਵਾਲ, ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੇ ਇੱਕ ਮਲ ਸਿੰਘ ਬਾਸੀ, ਨਵਦੀਪ ਜੋਧਾ ਔਰ ਜਗੀਰ ਸਿੰਘ ਕਾਹਲੋਂ, ਇਹਨਾਂ ਨੇ ਪ੍ਰੈਜ਼ੈਂਟ ਕੀਤਾ, ਔਰ ਉਹਦੇ ਵਿੱਚ ਵਿਸਥਾਰ ਨਾਲ ਇਹ ਗੱਲ ਕੀਤੀ, ਔਰ ਇਸ ਗੱਲ ਦੇ ਉੱਤੇ ਬੜਾ ਦੁੱਖ ਪ੍ਰਗਟ ਕੀਤਾ।
ਹੁਣ ਵੀ ਅਸੀਂ ਆਪਣੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ ਭਈ 1922 ਦੇ ਵਿੱਚ ਪੰਜਾ ਸਾਹਿਬ ਇੱਕ ਸਾਕਾ ਵਾਪਰਿਆ ਸੀਗਾ। ਜਿਹੜੇ ਸਾਡੇ ਹਾਣ ਦੇ ਆ ਜਾਂ ਸਾਡੇ ਤੋਂ ਪਿੱਛੋਂ ਦੇ ਆ, ਉਹਨਾਂ ਨੇ ਕਰਤਾਰ ਸਿੰਘ ਦੁੱਗਲ ਹੋਰਾਂ ਦੀ ਕਹਾਣੀ ਕਰਾਮਾਤ ਪੜ੍ਹੀ ਹੋਏਗੀ ਜੀ ਕਿ ਉਹ ਗੱਡੀ ਦੇ ਵਿੱਚ ਭੁੱਖੇ ਧਿਆਏ ਸੱਤਿਆਗ੍ਰਹੀ ਸਿੱਖ ਜਿਹੜੇ ਆ ਉਹਨਾਂ ਨੂੰ ਲਿਜਾਇਆ ਜਾ ਰਿਹਾ ਸੀਗਾ ਰੇਲ ਗੱਡੀ ਦੇ ਵਿੱਚ। ਤੇ ਪੰਜਾ ਸਾਹਿਬ ਦੀ ਜਿਹੜੀ ਸੰਗਤ ਆ ਉਹਨਾਂ ਨੇ ਇਹ ਫੈਸਲਾ ਕੀਤਾ ਸੀਗਾ ਕਿ ਉਹ ਜਿਹੜੇ ਗੱਡੀ ਦੇ ਵਿੱਚ ਸੱਤਿਆਗ੍ਰਹੀ ਜਾ ਰਹੇ ਆ ਉਹਨਾਂ ਨੂੰ ਭੋਜਨ ਛਕਾਉਣਗੇ, ਉਹਨਾਂ ਨੂੰ ਜਲ ਛਕਾਉਣਗੇ। ਪਰੰਤੂ ਇਹ ਹੁਕਮ ਦਿੱਤਾ ਗਿਆ ਸੀਗਾ ਬ੍ਰਿਟਿਸ਼ ਸਰਕਾਰ ਵੱਲੋਂ ਕਿ ਇਹ ਗੱਡੀ ਪੰਜਾ ਸਾਹਿਬ ਦੇ ਸਟੇਸ਼ਨ ਦੇ ਉੱਤੇ ਨਹੀਂ ਰੁਕੇਗੀ। ਜਿਹੜੇ ਸੱਤਿਆਗ੍ਰਹੀ ਸੀਗੇ ਉਹਨਾਂ ਨੂੰ ਸੰਗਤ ਜਿਹੜੀ ਉਹਨਾਂ ਦੀ ਸੇਵਾ ਕਰਨੀ ਚਾਹੁੰਦੀ ਸੀਗੀ, ਲੰਗਰ ਛਕਾਉਣਾ ਚਾਹੁੰਦੀ ਸੀਗੀ, ਉਹਨਾਂ ਨੇ ਬਹੁਤ ਰਿਕੁਐਸਟ ਕੀਤੀ, ਪਰ ਉਹਨਾਂ ਦੀ ਗੱਲ ਜਦੋਂ ਨਾ ਮੰਨੀ ਗਈ ਤੇ ਉਹਨਾਂ ਨੇ ਫਿਰ ਇਹ ਫੈਸਲਾ ਕੀਤਾ ਕਿ ਗੱਡੀ ਰੁਕੇਗੀ ਬੇਸ਼ੱਕ ਸਾਡੀਆਂ ਲਾਸ਼ਾਂ ਤੇ ਰੁਕੇ। ਤਾਂ ਸੰਗਤ ਜਿਹੜੀ ਆ ਉਹਦੇ ਗੱਡੀ ਦੀ ਲਾਈਨ ਦੇ ਉੱਤੇ, ਗੱਡੀ ਦੀ ਲੀਹ ਦੇ ਉੱਤੇ ਉਹ ਲੰਮੇ ਪੈ ਗਏ ਔਰ 2 ਸਿੰਘ ਜਿਹੜੇ ਆ ਜੀ ਉਹਦੇ ਵਿੱਚ ਸ਼ਹੀਦ ਹੋ ਗਏ ਉਸ ਸਾਕੇ ਦੇ ਵਿੱਚ। ਤੇ ਇਹ ਘਟਨਾ ਹੈ ਜੀ 1922 ਦੀ। ਤੇ ਜਿਹੜੀ ਲਖੀਮਪੁਰ ਖੇਰੀ ਦੇ ਵਿੱਚ ਘਟਨਾ ਵਾਪਰੀ ਆ ਉਹ ਹੈ ਆਲਮੋਸਟ 100 ਸਾਲ ਬਾਅਦ ਦੀ, ਕਿ 100 ਸਾਲ ਬਾਅਦ ਯਾਨੀ 100 ਸਾਲ ਦੇ ਵਿੱਚ ਸਾਡੇ ਜਿਹੜੇ ਹਾਕਮ ਨੇ ਉਹਨਾਂ ਨੇ ਕੀ ਸਿੱਖਿਆ, ਕੋਈ ਫਰਕ ਨਹੀਂ ਪਿਆ। ਬ੍ਰਿਟਿਸ਼ ਸਰਕਾਰ ਜਿਹੜੀ ਆ ਉਹ ਵਿਦੇਸ਼ੀਆਂ ਦੀ ਸਰਕਾਰ ਸੀਗੀ ਤੇ ਉਹਨੇ ਜ਼ੁਲਮ ਕੀਤਾ, 2 ਸਿੰਘ ਸ਼ਹੀਦ ਕੀਤੇ। ਤੇ ਹੁਣ ਜਿਹੜੀ ਗਵਰਨਮੈਂਟ ਆ ਜੀ ਇਹ ਭਾਰਤ ਦੇ ਆਜ਼ਾਦ ਭਾਰਤ ਦੀ ਗਵਰਨਮੈਂਟ ਆ, ਡੈਮੋਕ੍ਰੈਟਿਕ ਗਵਰਨਮੈਂਟ ਆ। ਤੇ ਇਹਨੇ ਕੀ ਕਾਰਾ ਕੀਤਾ ਹੈਗਾ ਕਿ ਨਿਹੱਥੇ ਤੁਰੇ ਜਾਂਦੇ ਜਿਹੜੇ ਕਿਸਾਨ ਆ ਆਪਣਾ ਉਹ ਮੁਜ਼ਾਹਰਾ ਵਗੈਰਾ ਕਰਕੇ ਆਪਣੇ ਘਰਾਂ ਨੂੰ ਜਾ ਰਹੇ ਸੀਗੇ। ਇਹ ਆਪਣੇ ਦਰਸ਼ਕਾਂ ਨੂੰ ਵੀ ਦੱਸਣ ਦੀ ਲੋੜ ਨਹੀਂ ਹੈ, ਤੁਹਾਡੇ ਨਾਲ ਵੀ ਕੋਈ ਇਹਦੇ ਬਾਰੇ ਵਿਚਾਰ ਕਰਨ ਦੀ ਲੋੜ ਨਹੀਂ। ਜਿੰਨੀਆਂ ਵੀਡੀਓ ਵਾਇਰਲ ਹੋਈਆਂ ਆ ਉਹਨਾਂ ਸਾਰੀਆਂ ਦੇ ਵਿੱਚ ਇਹ ਸਾਬਤ ਹੋ ਗਿਆ ਬਈ ਮੋਨੂ ਮਿਸ਼ਰਾ ਉਰਫ ਆਸ਼ੀਸ਼ ਮਿਸ਼ਰਾ ਜਿਹੜਾ ਆ ਉਹਨੇ ਜਾਣ ਬੁੱਝ ਕੇ ਦਰੜਿਆ, ਉਹਦੇ ਨਾਲ ਉਹਦੇ ਸਾਥੀ ਵੀ ਸ਼ਾਮਲ ਆ ਤੇ ਉਹਨੇ ਕਈ ਜਿਹੜੇ ਬਹਾਨੇ ਬਣਾਉਣ ਦਾ ਯਤਨ ਕੀਤਾ, ਕਈ ਕੋਸ਼ਿਸ਼ਾਂ ਕੀਤੀਆਂ, ਪਰ ਇਹ ਗੱਲ ਸਾਹਮਣੇ ਆ ਗਈ ਕਿ ਉਹ ਜੋ ਮਰਜ਼ੀ ਝੂਠ ਬੋਲੀ ਜਾਵੇ ਉਹ ਇਹ ਸਾਬਤ ਨਹੀਂ ਕਰ ਸਕਿਆ ਕਿ ਇਹ ਕਾਰਾ ਉਹਦਾ ਨਹੀਂ ਹੈ। ਸੋ ਇਹ ਸੀ ਗਿੱਲ ਸਾਹਿਬ ਜਿਹੜੀ ਰੈਲੀ ਕੀਤੀ ਗਈ ਔਰ ਰੈਲੀ ਦੇ ਵਿੱਚ ਜੋ ਵਿਚਾਰ ਪੇਸ਼ ਕੀਤੇ ਗਏ ਔਰ ਨਾਲ ਦੀ ਨਾਲ ਰੈਲੀ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ ਜਦ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਭਾਵ ਕਿ ਦੋਸ਼ੀਆਂ ਨੂੰ ਐਗਜ਼ਾਮਪਲਰੀ ਸਜ਼ਾ, ਮਿਸਾਲੀ ਸਜ਼ਾ ਨਹੀਂ ਦਿੱਤੀ ਜਾਂਦੀ ਤੇ ਜਿਹੜਾ ਗ੍ਰਹਿ ਰਾਜ ਮੰਤਰੀ ਆ ਉਹਨੂੰ ਬਰਖਾਸਤ ਨਹੀਂ ਕੀਤਾ ਜਾਂਦਾ, ਇਹ ਸਾਡੀ ਜਿਹੜੀ ਸਟਰਗਲ ਹੈ, ਸਾਡਾ ਜਿਹੜਾ ਸੰਘਰਸ਼ ਹੈ ਉਹ ਜਾਰੀ ਰਹੇਗਾ। ਤੇ ਬਾਕੀ ਹੁਣ ਇਹ ਗੱਲ ਗਿੱਲ ਸਾਹਿਬ ਤੁਹਾਨੂੰ ਪਤਾ ਲੱਗ ਹੀ ਗਈ ਆ ਬਈ ਜਿਹੜਾ ਲਖੀਮਪੁਰ ਦੇ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਇਹ ਨਾ ਕੇਵਲ ਭਾਰਤ ਦੇ ਵਿੱਚੋਂ ਸਾਰੀ ਦੁਨੀਆ ਦੇ ਵਿੱਚੋਂ ਆਵਾਜ਼ ਜਿਹੜੀ ਆ ਉਹ ਇਕੱਠੀ ਹੋ ਕੇ ਗਈ ਆ। ਔਰ ਸਾਡੇ ਕਿਉਂਕਿ ਸ਼ਾਮ ਇੱਥੇ ਪਈ ਅੱਜ ਤੇ ਉੱਥੇ ਪਹਿਲਾਂ ਪੈ ਗਈ ਸੀਗੀ, ਇਹ ਜਿਹੜਾ ਕਾਂਡ ਹੈਗਾ ਉਹਦੀ ਸਾਰੇ ਨਿਖੇਧੀ ਕੀਤੀ ਗਈ ਆ। ਤੇ ਲਖੀਮਪੁਰ ਖੇਰੀ ਦੇ ਵਿੱਚ ਏਡਾ ਵੱਡਾ ਇਕੱਠ ਹੋਇਆ ਕਿ ਕਹਿੰਦੇ ਵੀ 35-40 ਏਕੜ ਦੇ ਵਿੱਚ ਜਿਹੜਾ ਪੰਡਾਲ ਆ ਉਹ ਤਿਆਰ ਕੀਤਾ ਗਿਆ ਸੀਗਾ। ਔਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਵਾਲੇ ਉਹਦੇ ਵਿੱਚ ਕੇਵਲ ਸ਼ਾਮਲ ਹੀ ਨਹੀਂ ਹੋਏ ਬਲਕਿ ਬਹੁਤ ਰਾਜਨੀਤਿਕ ਪਾਰਟੀਆਂ ਜਿਹੜੀਆਂ ਆ ਉਹਨਾਂ ਨੇ ਵੀ ਵਾਜਬ ਸਮਝਿਆ ਕਿ ਉਹ ਇਹਦੇ ਵਿੱਚ ਸ਼ਾਮਲ ਹੋਣ ਔਰ ਬਹੁਤ ਵੱਡਾ ਇਕੱਠ ਜਿਹੜਾ ਹੋਇਆ ਤੇ ਉਹਦੇ ਵਿੱਚ ਇੱਕ ਜਿਹੜਾ ਬਹੁਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਜਿਹੜਾ ਤਰੀਕਾ ਹੈ, ਉਹਨਾਂ ਨੂੰ ਸ਼ਰਧਾਂਜਲੀ ਤਾਂ ਭੇਟ ਕੀਤੀ ਗਈ ਔਰ ਉਹਨਾਂ ਨੂੰ
ਭਾਰਤ ਦੇ ਸ਼ਹੀਦ ਕਰਾਰ ਦਿੱਤਾ ਗਿਆ 4 ਕਿਸਾਨਾਂ ਨੂੰ ਤੇ ਇੱਕ ਜਿਹੜੇ ਨਾਲ ਪੱਤਰਕਾਰ ਸ਼ਹੀਦ ਕੀਤੇ ਗਏ। ਉੱਥੇ ਇਹ ਗੱਲ ਉਹਨਾਂ ਨੇ ਓਨ ਕੀਤਾ ਉਹਨਾਂ ਨੂੰ ਵੀ ਇਹ ਸਾਡੀ ਧਰਤੀ ਦੇ ਸ਼ਹੀਦ ਆ, ਇਸ ਕਰਕੇ ਜਿਹੜੇ ਇਹਨਾਂ ਦੇ ਫੁੱਲ ਆ, ਇਹਨਾਂ ਦੀ ਜਿਹੜੀ ਰਾਖ ਆ, ਉਹਦੇ ਕਲਸ਼ ਜਿਹੜੇ ਆ ਜੀ ਉਹ ਤਿਆਰ ਕੀਤੇ ਗਏ ਆ ਤੇ ਉਹ ਰਾਖ ਜਿਹੜੀ ਹੈਗੀ ਆ ਉਹ ਇਸ ਧਰਤੀ ਤੇ ਖਿੰਡਾਈ ਜਾਵੇਗੀ ਕਿ ਜਿਹਦਾ ਅਰਥ ਇਹ ਆ ਭਈ ਉਹ ਜਿਹੜੇ ਸ਼ਹੀਦ ਨੇ ਉਹ ਇੱਕ ਕਿਸਮ ਦੇ ਬੀਜ ਧਰਤੀ ਦੇ ਵਿੱਚ ਬੀਜੇ ਗਏ ਆ, ਜਿਹੜੇ ਇਨਸਾਫ ਲਈ ਫਸਲ ਉਗੇਗੀ, ਆਪਣੇ ਹੱਕਾਂ ਦੀ ਪ੍ਰਾਪਤੀ ਲਈ ਫਸਲ ਉਗੇਗੀ ਤੇ ਉਹ ਇਸ ਤਰੀਕੇ ਨਾਲ ਖਿੰਡਾਏ ਜਾਣਗੇ। ਔਰ ਇਹ ਜਿਵੇਂ ਲਾਜਪਤ ਰਾਏ ਦੇ ਵੱਜੀਆਂ ਹੋਈਆਂ ਡਾਂਗਾਂ ਜਿਹੜੀਆਂ ਸੀਗੀਆਂ ਸਾਈਮਨ ਕਮਿਸ਼ਨ ਵੇਲੇ, ਤੇ ਇਹ ਕਿਹਾ ਗਿਆ ਸੀਗਾ ਕਿ ਇੱਕ ਇੱਕ ਲਾਠੀ ਜਿਹੜੀ ਲਾਜਪਤ ਰਾਏ ਹੋਰਾਂ ਦੇ ਵੱਜੀ ਆ ਇਹ ਬ੍ਰਿਟਿਸ਼ ਰਾਜ ਦੇ ਕਫਨ ਦੇ ਵਿੱਚ ਕਿੱਲ ਸਾਬਤ ਹੋਏਗੀ। ਉਸੇ ਤਰ੍ਹਾਂ ਇਹ ਜਿਹੜੇ ਸ਼ਹੀਦ ਨੇ 4 ਕਿਸਾਨ ਤੇ ਇੱਕ ਪੱਤਰਕਾਰ, ਇਹਨਾਂ ਦੀ ਡੁੱਲੀ ਹੋਈ ਰੱਤ, ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਦੇ ਬੀਜ ਇਸ ਧਰਤੀ ਵਿੱਚ ਬੀਜੇ ਗਏ ਆ, ਜਿਹਦੀ ਨੀਂਹ ਜਿਹੜੀ ਹੈਗੀ ਆ ਉਹ ਲਖੀਮਪੁਰ ਖੇਰੀ ਤੋਂ ਰੱਖੀ ਗਈ ਆ। ਔਰ ਨਾਲ ਦੀ ਨਾਲ ਗਿੱਲ ਸਾਹਿਬ ਹੁਣ ਕਿਉਂਕਿ ਇੱਥੇ ਜਿਹੜੇ ਸਾਡਾ ਨਾਰਥ ਅਮਰੀਕਾ ਆ ਜਾਂ ਯੂਰਪ ਦੇ ਮੁਲਕ ਨੇ ਇਹਨਾਂ ਦੇ ਵਿੱਚ ਸ਼ਾਮ ਪਈ ਆ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸੱਦਾ ਦਿੱਤਾ ਹੈਗਾ ਕਿ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ, ਕੋਈ ਮੋਮਬੱਤੀਆਂ ਜਗਾਈਆਂ ਜਾਣ ਜਾਂ ਉਹਨਾਂ ਦੇ ਯਾਦ ਦੇ ਵਿੱਚ ਅਰਦਾਸ ਕੀਤੀ ਜਾਵੇ। ਸੋ ਇਹ ਵੀ ਇਸ ਵੇਲੇ ਜੀ ਸਾਰੀ ਦੁਨੀਆ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਆ ਜੀ। ਆ ਕਿ ਪੰਜਾ ਸਾਹਿਬ ਵਾਲਾ ਸਾਕਾ ਯਾਦ ਆ ਗਿਆ। ਇਸ ਤੋਂ ਪਹਿਲਾਂ ਬਹੁਤ ਕਿਹਾ ਗਿਆ ਕਿ ਜਲਿਆਂਵਾਲਾ ਬਾਗ ਦਾ ਸਾਕਾ ਵੀ ਦੁਹਰਾਇਆ ਗਿਆ ਕਿਸਮ ਦਾ, ਜਿਸ ਤਰੀਕੇ ਨਾਲ ਇਹ ਕੀਤਾ ਗਿਆ। ਪਰ ਜੇ ਮੈਂ ਸੋਚਦਾ ਹਾਂ ਕਿ ਆਪਾਂ ਕਹਿ ਰਹੇ ਹਾਂ ਕਿ ਉਹ ਵਿਦੇਸ਼ੀ ਹਕੂਮਤ ਸੀਗੀ ਤੇ ਅਸੀਂ ਗੁਲਾਮ ਹੁੰਦੇ ਸੀ ਉਦੋਂ, ਤੇ ਤਾਂ ਵੀ 2 ਵਿਅਕਤੀਆਂ ਦੀ ਮੌਤ ਹੋਈ ਤੇ ਗੱਡੀ ਖਲੋ ਗਈ ਸੀਗੀ। ਮੈਨੂੰ ਲੱਗਦਾ ਜੇ ਕਿਤੇ ਇਹ ਸਰਕਾਰ ਹੁੰਦੀ ਤੇ ਇਸ ਤਰ੍ਹਾਂ ਦਾ ਕੋਈ ਮਾਹੌਲ ਬਣ ਜਾਂਦਾ ਗੱਡੀ ਵਾਲਾ, ਤੇ ਇਹ ਦਰੜ ਕੇ ਭਾਵੇਂ ਉੱਥੇ 2000 ਲੋਕ ਵੀ ਹੁੰਦੇ ਤੇ ਲੰਘ ਜਾਂਦੇ। ਇਹ ਇੰਨੀ ਢੀਠਤਾਈ ਤੱਕ ਪਹੁੰਚੀ ਹੋਈ ਜਿਹੜੀ ਹੈ ਸਰਕਾਰ ਹੈ। ਹਾਲਾਂਕਿ ਇਹ ਸਾਡੇ ਮੁਲਕ ਦੀ, ਸਾਡੇ ਲੋਕਾਂ ਵੱਲੋਂ ਸੰਵਿਧਾਨ ਰਾਹੀਂ ਚੁਣੀ ਹੋਈ ਸਰਕਾਰ ਹੈ, ਇੱਕ ਆਜ਼ਾਦ ਮੁਲਕ ਹੈ ਤੇ ਉੱਥੋਂ ਦੇ ਜਿਹੜੇ ਵਸਿੰਦੇ ਆ ਉਹ ਆਪਣੀ ਹੀ ਸਰਕਾਰ ਅੱਗੇ ਆਪਣਾ ਕੋਈ ਦੁੱਖ ਲੈ ਕੇ ਗਏ ਹੋਏ ਆ, ਔਰ ਸਾਲ ਤੋਂ ਉੱਪਰ ਸਮਾਂ ਹੋ ਗਿਆ ਉਹਨਾਂ ਵੱਲ ਕੋਈ ਤਵੱਜੋ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ। ਔਰ ਜਿਸ ਤਰੀਕੇ ਨਾਲ ਕਾਰਪੋਰੇਟ ਦਾ ਪੱਖ ਪੂਰਿਆ ਜਾ ਰਿਹਾ, ਜਿਸ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਹੈ, ਉਹ ਜਿੰਨੀ ਉਹਦੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਆ। ਪਰ ਹੈਰਾਨਗੀ ਪ੍ਰੋਫੈਸਰ ਸਾਹਿਬ ਇਹ ਆ ਕਿ ਇਹ ਜਿਹੜੀ ਲੜਾਈ ਵਿੱਢ ਲਈ ਆ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕਰਤੀ, ਹੌਲੀ ਹੌਲੀ ਉਹ ਸਾਰੇ ਭਾਰਤ ਵਿੱਚ ਜਾਏਗੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਜਿਹੜੇ ਅਜੇ ਵੀ ਸੁੱਤੇ ਪਏ ਨੇ ਉਹ ਵੀ ਜਾਗਣਗੇ, ਜਿਹੜੇ ਅਜੇ ਆਪਣੇ ਇਲਾਕਿਆਂ ਵਿੱਚ ਵੀ ਜ਼ਮੀਰਾਂ ਮਰੀਆਂ ਵਾਲੇ ਲੋਕ ਬੈਠੇ ਉਹਨਾਂ ਨੂੰ ਵੀ ਆਖਰਕਾਰ ਉੱਠਣਾ ਹੀ ਪਏਗਾ, ਕਿਉਂਕਿ ਇਹ ਲੜਾਈ ਉਹਨਾਂ ਇਕੱਲੇ ਕਿਸਾਨਾਂ ਦੀ 2-3 ਲੱਖ ਕਿਸਾਨਾਂ ਦੀ ਨਹੀਂ ਜਿਹੜੇ ਲਗਾਤਾਰ ਡਟੇ ਹੋਏ ਆ। ਇਹ ਹਰ ਇੱਕ ਉਸ ਵਿਅਕਤੀ ਦੀ ਲੜਾਈ ਆ ਜਿਹੜਾ ਵਿਅਕਤੀ ਵੀ ਕੋਈ ਅੰਨ ਦਾਣਾ ਖਾਂਦਾ ਆ। ਤੇ ਇੱਕ ਕਿਸਮ ਦੀ ਜਿਹੜੀ ਬਹੁਤ ਸਾਰੇ ਲੋਕ ਜਿਹੜੇ ਆ, ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ। ਅਸੀਂ ਪਿਛਲੇ ਦਿਨ ਕੋਈ ਦੋਸਤ ਕੁਝ ਅਸੀਂ ਗਏ ਸੀਗੇ ਤਫਰੀਹ ਦੇ ਮੂਡ ਦੇ ਵਿੱਚ ਕਿਊਬੈਕ। ਉੱਥੇ ਸਾਨੂੰ ਇੱਕ ਟੋਲਾ ਮਿਲਿਆ ਜੀ ਨੌਜਵਾਨ ਬੱਚਿਆਂ ਦਾ, ਮੈਕਡੋਨਲਡ ਦੇ ਵਿੱਚ ਸਵੇਰ ਦੇ ਬ੍ਰੇਕਫਾਸਟ ਦੇ ਟਾਈਮ। ਤੇ ਉਹ ਜਿਸ ਤਰ੍ਹਾਂ ਸਾਡੇ 'ਚ ਇੱਕ ਦੋਸਤ ਨੇ ਮਿਸਟਰ ਬੈਨੀਪਾਲ, ਉਹਨਾਂ ਨੂੰ ਕਾਫੀ ਜ਼ਿਆਦਾ ਸੁਭਾਅ ਹੈ ਉਹਨਾਂ ਦਾ ਕਿ ਉਹ ਵਾਕਫੀਆਂ ਗੰਢਦੇ ਨੇ, ਪੁੱਛਦੇ ਨੇ ਤੁਸੀਂ ਕਿੱਥੋਂ ਦੇ ਹੋ, ਕਿਵੇਂ ਹੋ। ਤੇ ਉਹ ਜ਼ਿਆਦਾਤਰ ਮੁੰਡੇ ਉਹਨਾਂ ਵਿੱਚ ਰਾਜਸਥਾਨ 'ਚੋਂ ਜਿਹੜਾ ਇਲਾਕਾ ਪੰਜਾਬੀਆਂ ਦਾ ਇਲਾਕਾ ਆ ਉੱਥੋਂ ਸੀਗੇ। ਔਰ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਤੇ ਵਿੱਚੋਂ ਕਹਿੰਦੇ 2 ਮੁੰਡੇ ਕਹਿੰਦੇ ਅਸੀਂ ਅੰਮ੍ਰਿਤਸਰ ਤੋਂ ਆ। ਉਹ ਪਰ ਅੰਮ੍ਰਿਤਸਰ ਵਾਲੇ ਮੁੰਡਿਆਂ ਨਾਲ ਗੱਲਬਾਤ ਹੋਣ ਲੱਗ ਪਈ, ਕਿਉਂਕਿ ਮੇਰੇ ਨਾਲ ਦੇ 2 ਦੋਸਤ ਹੋਰ ਅੰਮ੍ਰਿਤਸਰ ਤੋਂ ਸੀਗੇ ਤੇ ਮੈਂ ਵੀ ਅੰਮ੍ਰਿਤਸਰ ਤੋਂ ਸੀਗਾ। ਉਹਨਾਂ ਬੱਚਿਆਂ ਨਾਲ ਪਹਿਲਾਂ ਤਾਂ ਹਾਸੇ ਮਜ਼ਾਕ 'ਚ ਗੱਲ ਹੁੰਦੀ ਰਹੀ, ਬਾਅਦ ਵਿੱਚ ਗੱਲ ਹੌਲੀ ਹੌਲੀ ਕਿਸਾਨ ਅੰਦੋਲਨ ਤੇ ਮੌਜੂਦਾ ਸਮੱਸਿਆਵਾਂ ਤੇ ਆਈ। ਜਿੱਥੇ ਇੱਕ ਪਾਸੇ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ, ਮੈਨੂੰ ਖੁਸ਼ੀ ਹੋ ਰਹੀ ਆ ਕਿ ਆਪਾਂ ਕਹਿ ਰਹੇ ਹਾਂ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਖਤਮ ਹੋ ਗਿਆ, ਉਹਨੂੰ ਕੁਛ ਨਹੀਂ ਪਤਾ।
ਬੜੀ ਹੈਰਾਨਗੀ ਹੋਈ ਕਿ ਉਹਨਾਂ ਬੱਚਿਆਂ ਨੂੰ ਜੋ ਕੁਝ ਸਾਡੇ ਆਲੇ ਦੁਆਲੇ ਵਾਪਰਿਆ, ਚਾਹੇ ਇੱਥੇ ਦਾ ਹੋਵੇ, ਚਾਹੇ ਭਾਰਤ ਦਾ ਹੋਵੇ ਜਾਂ ਦੁਨੀਆ ਦੇ ਕਿਸੇ ਕੋਨੇ ਦਾ ਵੀ, ਉਹਦੀ ਸਾਰੀ ਸੋਝੀ ਸੀ ਔਰ ਬੜੀ ਉਹਨਾਂ ਨੇ ਤੀਖਣ ਨਜ਼ਰ ਨਾਲ ਸਾਰੀਆਂ ਚੀਜ਼ਾਂ ਨੂੰ ਪਰਖਿਆ ਹੋਇਆ ਸੀ। ਔਰ ਜਿਸ ਤਰ੍ਹਾਂ ਉਹ ਐਕਸਪਲੇਨ ਕਰ ਰਹੇ ਸੀਗੇ, ਉੱਥੋਂ ਇਸ ਗੱਲ ਦੀ ਮੈਨੂੰ ਤਸੱਲੀ ਹੋਈ। ਉਹਨਾਂ ਨੂੰ ਮੈਂ ਕਿਹਾ ਵੀ ਕਿ ਸਾਡੀ ਪੀੜ੍ਹੀ ਦੇ ਲੋਕ ਕਹਿੰਦੇ ਆ ਕਿ ਨੌਜਵਾਨ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹ ਸਾਡਾ ਕੋਈ ਭਵਿੱਖ ਬਣਾ ਨਹੀਂ ਸਕੂਗੀ, ਪਰ ਜਦੋਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਮਿਲ ਕੇ ਸਾਨੂੰ ਲੱਗਿਆ ਕਿ ਸੱਚਮੁੱਚ ਅਜੇ ਸਾਰਾ ਕੁਝ ਜਿਹੜਾ ਉਹ ਖਤਮ ਨਹੀਂ ਹੋਇਆ। ਕਿਸਾਨ ਅੰਦੋਲਨ ਨੇ ਇੰਨੀ ਜਾਗਰਤੀ ਜਿਹੜੀ ਆ ਉਹ ਪੈਦਾ ਕੀਤੀ ਹੋਈ ਆ। ਇਹਦੇ ਤੇ ਕੋਈ ਕਮੈਂਟ ਕਰ ਲਓ, ਫਿਰ ਆਪਾਂ ਹੋਰ ਗੱਲ ਕਰਦੇ ਹਾਂ ਅੱਗੇ ਜੀ। ਮੈਂ ਗਿੱਲ ਸਾਹਿਬ ਹਮੇਸ਼ਾ ਹੀ ਆਸ਼ਾਵਾਦੀ ਰਹਿਣਾ ਆ। ਜਿਹੜਾ ਵੀ ਬੰਦਾ ਸੰਘਰਸ਼ ਦੇ ਵਿੱਚ ਯਕੀਨ ਰੱਖਦਾ ਆ, ਲੋਕਾਂ ਦੀ ਤਾਕਤ ਦੇ ਵਿੱਚ ਯਕੀਨ ਰੱਖਦਾ ਆ, ਖਾਸ ਕਰਕੇ ਕਿਸਾਨ ਜਿਹੜਾ ਆ, ਇਹ ਤਾਂ ਸ਼ੁਰੂ ਤੋਂ ਹੀ ਜਦੋਂ ਤੋਂ ਬਾਬੇ ਨਾਨਕ ਨੇ ਖੇਤੀਬਾੜੀ ਕਰਕੇ ਖੇਤੀ ਦਾ ਸੰਦੇਸ਼ ਦਿੱਤਾ ਹੈਗਾ, ਉਦੋਂ ਤੋਂ ਇਹ ਸਟਰਗਲ ਕਰਦਾ ਆ ਰਿਹਾ। ਔਰ ਕੱਲ ਵੀ ਮੈਂ ਇਹ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਇਹ ਜਿਹੜੀਆਂ ਜ਼ਮੀਨਾਂ ਤਰਾਈ ਦੇ ਇਲਾਕੇ ਵਿੱਚ ਆਬਾਦ ਕੀਤੀਆਂ ਆ, ਇਹ ਪੰਜਾਬ ਦੇ ਕਿਸਾਨਾਂ ਦੇ ਹਿੱਸੇ ਹੀ ਇਹ ਆਈ ਆ ਗੱਲ, ਹੋਰ ਕੋਈ ਨਹੀਂ ਇਹ ਜਿਹੜੀ ਆਬਾਦ ਕਰ ਸਕਿਆ। ਔਰ ਉਸ ਸਮੇਂ ਗਿੱਲ ਸਾਹਿਬ ਤੁਹਾਨੂੰ ਵੀ ਦੱਸਦੇ ਹੋਣਗੇ ਤੇ ਮੈਨੂੰ ਵੀ ਬਜ਼ੁਰਗ ਦੱਸਦੇ ਸੀਗੇ ਕਿ ਉੱਥੇ ਬੰਜਰ ਜ਼ਮੀਨ ਸੀਗੀ, ਜੰਗਲ ਸੀਗਾ, ਔਰ ਜੰਗਲ ਦੇ ਵਿੱਚ ਸ਼ੇਰ, ਬਘਿਆੜ, ਸੱਪ ਸਭ ਕੁਝ ਸੀਗਾ। ਔਰ ਇਹ ਜਿਹੜੇ ਕਿਸਾਨ ਸੀਗੇ ਪੰਜਾਬ ਦੇ, ਕਿਉਂਕਿ ਪੰਜਾਬ ਦੀ ਪੰਜਾਬੀਆਂ ਨੂੰ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਵਾਰਿਆ ਕਿ ਬਈ ਉਹਨਾਂ ਵਿੱਚ ਅਣਖ ਵੀ ਆ, ਜੁਰਤ ਵੀ ਆ, ਔਰ ਦਲੇਰੀ ਵੀ ਆ ਤੇ ਹਿੰਮਤ ਵੀ ਆ। ਇਹ ਸਾਰੀਆਂ ਚੀਜ਼ਾਂ ਰਲਾ ਕੇ ਇਹ ਜਿਹੜੀਆਂ ਜ਼ਮੀਨਾਂ ਆਬਾਦ ਕੀਤੀਆਂ ਗਈਆਂ। ਹੁਣ ਜਦੋਂ ਇਹ ਜ਼ਮੀਨਾਂ ਸੋਨਾ ਉਗਲ ਰਹੀਆਂ ਤਾਂ ਉਦੋਂ ਇਹ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਇਹ ਜ਼ਮੀਨਾਂ ਦਿਖਾਈ ਦੇਣ ਲੱਗ ਗਈਆਂ ਕਿ ਤੁਸੀਂ ਉਸ ਗ੍ਰਹਿ ਰਾਜ ਮੰਤਰੀ ਦਾ ਬਿਆਨ ਸੁਣਿਆ ਹੋਣਾ, ਜਿਹੜਾ ਕਹਿੰਦਾ ਕਿ ਬਈ ਮੈਂ ਮੰਤਰੀ ਬਾਅਦ 'ਚ ਆ, ਪਾਰਲੀਮੈਂਟ ਦਾ ਮੈਂਬਰ ਬਾਅਦ 'ਚ ਆ, ਵਿਧਾਇਕ ਬਾਅਦ 'ਚ ਆ, ਮੈਂ ਕੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ। ਕੀ ਦਾ ਮਤਲਬ ਉਹਦਾ ਕੀ ਆ ਕਿ ਮੈਂ ਬਦਮਾਸ਼ ਆ, ਮੈਂ ਲੱਠ ਮਾਰਿਆ, ਤੁਸੀਂ ਇਹ ਇਲਾਕਾ ਛੱਡ ਜਾਓ ਨਹੀਂ ਤੇ ਤੁਹਾਡੇ ਕੋਲ ਛਡਾ ਲਿਆ ਜਾਵੇਗਾ। ਤੇ ਗਿੱਲ ਸਾਹਿਬ ਮੈਂ ਇੱਕ ਸੂਚਨਾ ਵੀ ਤੁਹਾਨੂੰ ਦੇਣੀ ਚਾਹੁੰਦਾ ਆ ਬਈ ਸਾਡੇ ਲਈ ਬੜੀ ਮਾਣ ਵਾਲੀ ਗੱਲ ਸਮਝੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਰਦਾਰ ਜੋਗਿੰਦਰ ਸਿੰਘ ਤੂਰ ਅੱਜ ਕੱਲ੍ਹ ਟੋਰਾਂਟੋ ਆਏ ਹੋਏ ਨੇ। ਇਹ ਐਡਵੋਕੇਟ ਜੋਗਿੰਦਰ ਸਿੰਘ ਤੂਰ ਹੋਰੀ ਉਹ ਨੇ ਜਿਨ੍ਹਾਂ ਨੇ ਇੱਕ ਪੈਂਫਲੇਟ ਲਿਖਿਆ ਹੈਗਾ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਭਈ ਇਹਨਾਂ ਕਾਨੂੰਨਾਂ ਦੇ ਵਿੱਚ ਕਾਲਾ ਕੀ ਆ। ਸੋ ਅਸੀਂ ਆਪਣੇ ਸੰਯੁਕਤ ਮੋਰਚੇ, ਆਪਣੇ ਜਿਹੜਾ ਸਾਡਾ ਫਾਰਮਰ ਸਪੋਰਟ ਗਰੁੱਪ ਆ, ਉਹਦੇ ਵੱਲੋਂ ਵੀ ਗਿੱਲ ਸਾਹਿਬ ਮੇਰਾ ਵਿਚਾਰ ਆ ਵੀ ਉਹਨਾਂ ਨੂੰ ਮਿਲਾਂਗੇ, ਉਹਨਾਂ ਨਾਲ ਵਿਚਾਰ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਉਹ ਟੀਵੀ ਪੰਜਾਬੀ ਦੁਨੀਆ ਦੇ ਉੱਤੇ ਆ ਕੇ ਤੇ ਆਪਣੇ ਵਿਚਾਰ ਜਿਹੜੇ ਹੈਗੇ ਆ ਉਹ ਸਾਡੇ ਨਾਲ ਸਾਂਝੇ ਕਰਨ। ਸੋ ਹੁਣ ਗਿੱਲ ਸਾਹਿਬ ਇਸ ਵੇਲੇ ਜਿਹੜੀ ਪੋਜੀਸ਼ਨ ਇਹ ਬਣੀ ਆ ਬਈ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਚਲੀ ਗਈ ਆ ਕਿ ਨਿਰਦੋਸ਼ ਲੋਕ ਜਿਹੜੇ ਆ, ਨਿਹੱਥੇ ਲੋਕ ਜਿਹੜੇ ਹੈਗੇ ਆ, ਜਿਨ੍ਹਾਂ ਨੇ ਐਲਾਨ ਕੀਤਾ ਹੋਇਆ ਆ ਕਿ ਸਾਡਾ ਅੰਦੋਲਨ ਜਿਹੜਾ ਹੈਗਾ ਉਹ ਕਦੀ ਵੀ ਹਿੰਸਕ ਨਹੀਂ ਹੋਏਗਾ, ਅਸੀਂ ਅਹਿੰਸਾ ਦੇ ਰਾਹ ਤੇ ਚੱਲਦੇ ਹੋਏ ਆਪਣੀਆਂ ਮੰਗਾਂ ਜਿਹੜੀਆਂ ਉਹਨਾਂ ਦੀ ਪ੍ਰਾਪਤੀ ਕਰਾਂਗੇ। ਤੇ ਨਾਲ ਦੀ ਨਾਲ ਮੈਨੂੰ ਗਿੱਲ ਸਾਹਿਬ ਇੱਕ ਆਪਣੇ ਪਿਤਾ ਜੀ ਵੱਲੋਂ ਸੁਣਾਈ ਹੋਈ ਗੱਲ ਯਾਦ ਆਉਂਦੀ ਆ ਬਈ ਆਮ ਵੀ ਅਸੀਂ ਕਹਿੰਦੇ ਆ ਵੀ ਖੰਘ, ਖੂਨ, ਇਸ਼ਕ ਤੇ ਮੁਸ਼ਕ ਇਹ ਛੁਪਾਇਆ ਛੁਪਦੇ ਨਹੀਂਗੇ। ਇਹ ਗੱਲ ਇੱਥੇ ਵੀ ਸੱਚ ਸਾਬਤ ਹੋਈ ਆ। ਬੇਸ਼ੱਕ ਮੋਨੂ ਮਿਸ਼ਰੇ ਨੇ ਇਹ ਕੋਸ਼ਿਸ਼ ਕੀਤੀ ਹੈ ਦੱਸਣ ਦੀ ਭਈ ਮੈਂ ਤਾਂ ਜੀ ਉੱਥੇ ਉਸ ਵੇਲੇ ਹੈ ਹੀ ਨਹੀਂ ਸੀ, ਉਹਦਾ ਬਾਪ ਵੀ ਇਹੀ ਕਹਿੰਦਾ ਰਿਹਾ। ਉਹ ਗੱਲ ਇਹ ਦੱਸਦੇ ਹੁੰਦੇ ਸੀਗੇ ਗਿੱਲ ਸਾਹਿਬ ਕਿ ਬਈ ਕਿਸੇ ਦਰਖਤ ਥੱਲੇ ਬੈਠੇ ਸੀਗੇ ਦੋ ਜਣੇ ਤੇ ਬੁਲਬੁਲਿਆਂ ਵਾਲਾ ਮੀਂਹ ਪੈ ਰਿਹਾ ਸੀਗਾ ਜੀ, ਤੇ ਇੱਕ ਤਗੜਾ ਬੰਦਾ ਮਾੜੇ ਨੂੰ ਕਹਿੰਦਾ ਵੀ ਜੇ ਮੈਂ ਹੁਣ ਤੈਨੂੰ ਮਾਰ ਦੇਵਾਂ ਨਾ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਲੱਗਣਾ। ਉਹ ਕਹਿੰਦਾ ਵੀ ਤੂੰ ਤਗੜਾ ਆ, ਮੈਨੂੰ ਮਾਰ ਵੀ ਸਕਦਾ, ਪਰ ਮੇਰੇ ਗਵਾਹ ਇੱਥੇ ਹੈਗੇ ਆ। ਉਹ ਕਹਿੰਦਾ ਇੱਥੇ ਤਾਂ ਕੋਈ ਵੀ ਨਹੀਂਗਾ, ਗਵਾਹ ਤੇਰਾ ਕਿਹੜਾ?
ਕਹਿੰਦਾ ਜਿਹੜੇ ਮੀਂਹ ਦੇ ਬੁਲਬੁਲੇ ਆ ਨਾ, ਜਿਹੜੇ ਬੁਲਬੁਲੇ ਪੈਂਦੇ ਆ ਮੀਂਹ ਪੈਣ ਨਾਲ, ਇਹ ਮੇਰੇ ਗਵਾਹ ਆ। ਤੇ ਉਹ ਕਹਿੰਦੇ ਜੀ ਉਹਨੇ ਉਹਨੂੰ ਮਾਰ ਕੇ ਕਿਤੇ ਦੱਬ ਦਿੱਤਾ, ਤੇ ਕਈ ਸਾਲਾਂ ਬਾਅਦ, ਕੁਝ ਸਾਲਾਂ ਬਾਅਦ ਫਿਰ ਬੁਲਬੁਲਿਆਂ ਵਾਲਾ ਮੀਂਹ ਪਿਆ, ਲਾਗੇ ਹੋਰ ਵੀ ਬੰਦੇ ਬੈਠੇ ਸੀ। ਉਹ ਬੰਦਾ ਹੱਸੀ ਜਾਵੇ, ਉਹ ਕਹਿੰਦਾ ਤੂੰ ਹੱਸਦਾ ਕਿਉਂ ਆ? ਉਹ ਕਹਿੰਦਾ ਇੱਥੇ ਇੱਕ ਮੂਰਖ ਜਿਹਾ ਸੀ, ਉਹਨੂੰ ਮੈਂ ਕਿਹਾ ਤੈਨੂੰ ਮਾਰ ਦੇਣਾ, ਤੇ ਮੈਂ ਉਹਨੂੰ ਮਾਰ ਵੀ ਦਿੱਤਾ। ਤੇ ਕਹਿੰਦਾ ਬੁਲਬੁਲਿਆਂ ਨੇ ਗਵਾਹੀ ਦੇਣੀ ਆ, ਅਜੇ ਤੱਕ ਤੇ ਕਹਿੰਦਾ ਬੁਲਬੁਲਿਆਂ ਨੇ ਕੋਈ ਗਵਾਹੀ ਦਿੱਤੀ ਨਹੀਂ। ਤੇ ਉਹਦਾ ਨਤੀਜਾ ਇਹ ਨਿਕਲਿਆ ਗਿੱਲ ਸਾਹਿਬ ਕਿ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਤੇ ਉਹ ਬੰਦਾ ਜਿਹੜਾ ਫੜ ਲਿਆ ਗਿਆ। ਸੋ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਕਿਸੇ ਨਿਰਦੋਸ਼ ਦਾ, ਨਿਹੱਥੇ ਦਾ ਕਤਲ ਕਰਕੇ ਬਚ ਨਹੀਂ ਸਕਦਾ। ਇਹ ਮੇਰੀ ਨਿੱਜੀ ਫੀਲਿੰਗ ਵੀ ਆ ਤੇ ਇਹ ਜਨਰਲ ਫੀਲਿੰਗ ਵੀ ਆ ਜੀ। ਪਰ ਜਦੋਂ ਦੇਸ਼ ਵਿੱਚ ਇਨਸਾਫ ਨਾ ਹੋਵੇ, ਉੱਥੋਂ ਦੇ ਹਾਕਮ ਹੀ ਜਿਹੜੇ ਆ ਉਹ ਖੁਦ ਹੀ ਜਿਹੜੀਆਂ ਬੇਇਨਸਾਫੀਆਂ ਕਰ ਰਹੇ ਹੋਣ, ਤੇ ਜਿਹੜੀਆਂ ਸੰਸਥਾਵਾਂ ਬੜੀ ਮਿਹਨਤ ਨਾਲ ਉਸਾਰੀਆਂ ਗਈਆਂ ਹੁਣ ਸੰਵਿਧਾਨਕ ਸੰਸਥਾਵਾਂ, ਉਹਨਾਂ ਦਾ ਸਤਿਆਨਾਸ਼ ਕਰਨ ਵਾਲੇ ਪਾਸੇ ਤੁਰੇ ਹੋਣ, ਤੇ ਫਿਰ ਇਹ ਚੀਜ਼ਾਂ ਦਬਾਉਣ ਲਈ ਉਹ ਆਪਣਾ ਵਾਹ ਤੇ ਪੂਰੀ ਲਾਉਂਦੇ ਨੇ। ਇਦਾਂ ਦੀ ਬਦਗੁਮਾਨੀ ਹਿਟਲਰ ਨੂੰ ਵੀ ਹੋਈ ਹੋਏਗੀ, ਕਿਸੇ ਜ਼ਮਾਨੇ 'ਚ ਮੁਸੋਲਿਨੀ ਨੂੰ ਵੀ ਹੋਈ ਹੋਏਗੀ, ਵੱਡੇ ਵੱਡੇ ਜਾਬਰ, ਚੰਗੇਜ਼ ਖਾਂ, ਹਲਾਕੂ ਹਰੀ, ਅਬਦਾਲੀ ਹਰੀ ਜਿਹੜੇ ਆ ਅਖੀਰ 'ਚ ਉਹ ਵੀ ਜਿਹੜਾ ਲੋਕ ਰੋਹ ਨੇ ਉਹਨਾਂ ਦੇ ਅੱਗੇ ਸਿਫਰ ਹੋ ਗਏ ਸੀਗੇ। ਇਹ ਚੀਜ਼ ਪਤਾ ਨਹੀਂ ਅਜੋਕੇ ਹਾਕਮਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਕਿ ਜਿਹੜੇ ਲੋਕ ਸ਼ਕਤੀ ਹੁੰਦੀ ਆ ਉਹ ਬਹੁਤ ਤਾਕਤਵਰ ਹੁੰਦੀ ਆ। ਇਹ ਲੋਕ ਵੇਖਣ ਲਈ ਸ਼ਾਇਦ ਜਿੰਦਾ ਨਹੀਂ ਰਹਿਣਗੇ, ਪਰ ਜਿਸ ਤਰੀਕੇ ਨਾਲ ਇਹਨਾਂ ਦਾ ਹਸ਼ਰ ਹੋਣ ਵਾਲਾ ਆ ਆਉਣ ਵਾਲੇ ਸਮੇਂ ਦੇ ਵਿੱਚ, ਭਾਵੇਂ ਕਿ ਭਾਰਤ ਲਈ ਇਹ ਗੱਲ ਕੋਈ ਬਹੁਤੀ ਚੰਗੀ ਨਹੀਂ ਕਿ ਉੱਥੇ ਡਿਸਟਰਬੈਂਸ ਹੋਵੇ, ਕਿਸੇ ਤਰ੍ਹਾਂ ਦੀ ਸਿਵਲ ਵਾਰ ਵੱਲ ਵਧੇ, ਪਰ ਜਿਸ ਤਰੀਕੇ ਨਾਲ ਇਹ ਸਾਰਾ ਸ਼ਾਸਨ ਚਲਾ ਰਹੇ ਆ, ਜਿਸ ਤਰੀਕੇ ਨਾਲ ਕੁਝ ਘਰਾਂ ਦੇ ਹੱਥਾਂ ਵਿੱਚ ਸਾਰਾ ਸਰਮਾਇਆ ਜਿਹੜਾ ਉਹ ਟਰਾਂਸਫਰ ਹੋ ਰਿਹਾ ਆ, ਜਿਸ ਤਰੀਕੇ ਨਾਲ ਭਾਰਤ ਦੀਆਂ ਜਾਇਦਾਦਾਂ ਵੇਚੀਆਂ ਜਾ ਰਹੀਆਂ ਨੇ, ਤੇ ਫਿਰ ਲੋਕ ਆਖਰ ਨੂੰ ਉੱਠ ਕੇ ਖੜੇ ਤੇ ਹੋਣਗੇ ਹੀ। ਮੈਂ ਨਹੀਂ ਕਹਿੰਦਾ ਕਿ ਕੋਈ ਹਥਿਆਰਬੰਦ ਰਿਵੋਲਟ ਉੱਥੇ ਹੋਣ ਜਾ ਰਿਹਾ, ਪਰ ਕਹਿੰਦੇ ਹੁੰਦੇ ਆ ਨਾ, ਇੱਕ ਫਾਰਸੀ ਦੀ ਕਹਾਵਤ ਮੇਰੇ ਬਜ਼ੁਰਗ ਵੀ ਸੁਣਾਇਆ ਕਰਦੇ ਸੀ, ਤੰਗ ਆਮਦ ਬੇਦੰਗ ਆਮਦ, ਸ਼ਾਇਦ ਇਦਾਂ ਦਾ ਕੋਈ ਸ਼ਬਦ ਵਰਤੇ ਹੁੰਦੇ ਸੀਗੇ। ਤੇ ਜਦੋਂ ਤੰਗ ਹੀ ਇੰਨੇ ਕਰ ਦੋਗੇ ਕਿ ਸਾਡੇ ਸਾਹ ਵੀ ਲੈਣੇ ਔਖੇ ਹੋ ਜਾਣਗੇ, ਤੇ ਫਿਰ ਲੋਕ ਕਿਵੇਂ ਕਿੰਨਾ ਚਿਰ ਅੰਦਰ ਹੀ ਦੜ ਵੱਟ ਕੇ ਬੈਠ ਜਾਣਗੇ। ਆਖਰਕਾਰ ਲੋਕਾਂ ਨੂੰ ਤੰਗ ਆਮਦ ਬਜੰਗ ਆਮਦ ਹਾਂਜੀ ਹਾਂਜੀ, ਕਿਉਂਕਿ ਫਾਰਸੀ ਆਉਂਦੀ ਨਹੀਂ। ਹਾਂਜੀ ਨਹੀਂ, ਫਾਰਸੀ ਤਾਂ ਮੈਨੂੰ ਵੀ ਨਹੀਂ ਆਉਂਦੀ। ਗਿੱਲ ਸਾਹਿਬ ਇਦਾਂ ਆ ਬਈ, ਦੇਖੋ ਤੁਸੀਂ ਇਹ ਕਿਹਾ ਹੈਗਾ ਕਿ ਲੋਕ ਉੱਠਣਗੇ, ਮੈਂ ਇਹਨੂੰ ਪ੍ਰੈਜ਼ੈਂਟ ਟੈਂਸ ਦੇ ਵਿੱਚ ਲੈ ਆਉਣਾ ਆ ਕਿ ਲੋਕ ਉੱਠ ਪਏ ਨੇ। ਮੇਰਾ ਖਿਆਲ ਇਹ ਆ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਚਾਚਾ ਅਜੀਤ ਸਿੰਘ ਵਾਲੀ ਲਹਿਰ ਸੀਗੀ ਉਹ ਵੀ ਲੰਮਾ ਸਮਾਂ ਚੱਲੀ ਸੀਗੀ, ਪਰ ਹੁਣ ਜਿਹੜੀ ਕਿਸਾਨਾਂ ਦੀ ਲਹਿਰ ਆ ਭਾਰਤ ਦੀ, ਇਹ ਉਹਦੇ ਨਾਲੋਂ ਲੰਮਾ ਸਮਾਂ ਚੱਲ ਗਈ ਆ, ਔਰ ਦੁਨੀਆ ਦੇ ਵਿੱਚ ਇਹਦੀ ਕੋਈ ਮਿਸਾਲ ਨਹੀਂ ਹੈ। ਇਹ ਆਪਣੇ ਆਪ ਦੇ ਵਿੱਚ ਇੰਨਾ ਲੰਮਾ ਸਮਾਂ, ਔਰ ਇਸ ਵੇਲੇ ਤੁਸੀਂ ਇਹ ਕਹਿ ਰਹੇ ਹੋ ਨਾ ਬਈ ਜਿਹੜੇ ਇਸ ਵੇਲੇ ਸਾਡੇ ਹਾਕਮ ਨੇ ਬਈ ਉਹਨਾਂ ਨੂੰ ਇਹ ਸਮਝ ਲੱਗਦੀ ਕਿ ਨਹੀਂ ਲੱਗਦੀ, ਉਹਨਾਂ ਨੂੰ ਗਿੱਲ ਸਾਹਿਬ ਸਮਝ ਭਲੀ ਭਾਂਤ ਲੱਗੀ ਆ। ਉਹਨਾਂ ਨੂੰ ਲੋਕੀ ਘਰਾਂ ਚੋਂ ਨਹੀਂ ਨਿਕਲਣ ਦਿੰਦੇ। ਇਸ ਵੇਲੇ ਕਿਤੇ ਵੀ ਜਿਹੜੀ ਬੀਜੇਪੀ ਆ ਉਹਦਾ ਆਪਣੇ ਘਰਾਂ ਚੋਂ ਨਿਕਲਣਾ ਜਿਹੜਾ ਆ ਉਹ ਮੁਹਾਲ ਹੋਇਆ ਪਿਆ ਵਾ। ਇਸ ਕਰਕੇ ਔਰ ਨਾਲ ਦੀ ਨਾਲ ਕਿਸਾਨ ਮੂਵਮੈਂਟ ਸਲੂਟ ਆ ਕਿਸਾਨ ਲਹਿਰ ਦੇ ਆਗੂਆਂ ਨੂੰ, ਉਹਨਾਂ ਦੇ ਸਲਾਹਕਾਰਾਂ ਨੂੰ, ਕਿ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹ ਕਰ ਰਹੇ ਆ, ਤੇ ਨਾਲ ਦੀ ਨਾਲ ਉਹਨਾਂ ਨੇ ਬਹੁਤ ਸਾਰੀਆਂ ਹੱਦਾਂ ਸਰਹੱਦਾਂ ਜਿਹੜੀਆਂ ਉਹ ਤੋੜ ਦਿੱਤੀਆਂ ਆ। ਕਿ ਕਿੱਥੇ ਪੰਜਾਬ ਦੇ ਵਿੱਚ ਇਸ ਮੂਵਮੈਂਟ ਸ਼ੁਰੂ ਹੋਈ ਸੀਗੀ, ਤੇ ਪੰਜਾਬ ਤੋਂ ਹਰਿਆਣੇ ਤੱਕ ਜਦੋਂ ਗਈ ਤਾਂ ਹਕੂਮਤ ਨੇ ਬੇਸ਼ੱਕ ਕੋਸ਼ਿਸ਼ ਕੀਤੀ ਇਹ ਪੇਸ਼ ਕਰਨ ਦੀ ਬਈ ਇਹ ਤਾਂ ਜੀ ਸਿੱਖਾਂ ਦੀ ਲਹਿਰ ਆ ਜੀ, ਇਹ ਸਿੱਖ ਕਿਸਾਨੀ ਦੀ ਲਹਿਰ ਆ ਜੀ, ਇਹ ਖਾਲਿਸਤਾਨੀਆਂ ਦੀ ਲਹਿਰ ਆ ਜੀ, ਇਹ ਤੇ ਪਾਕਿਸਤਾਨ ਦੇ ਹਮਾਇਤੀਆਂ ਦੀ ਲਹਿਰ ਆ। 100 ਯਤਨ ਕਰ ਲਏ, ਪਰੰਤੂ ਇਹ ਅੱਜ ਤੱਕ ਕੋਈ ਇਸ ਕਿਸਮ ਦੀ ਗੱਲ ਜਿਹੜੀ ਆ 26 ਜਨਵਰੀ ਵਾਲੀ ਘਟਨਾ ਜਿਹੜੀ ਆ ਉਹ ਕਿੰਨੀ ਪ੍ਰੋਵੋਕੇਟਿਵ ਸੀਗੀ, ਕਿੰਨੀ ਘਿਨਾਉਣੀ ਸੀਗੀ, ਉਹ ਵੀ ਭਾਰਤ ਦੇ ਕਿਸਾਨੀ ਸੰਘਰਸ਼ ਨੇ ਰਲ ਕੇ ਉਹਦਾ ਮੁਕਾਬਲਾ ਕਰ ਰਿਹਾ। ਔਰ ਹੁਣ ਆਹ ਜਿਹੜੀ ਘਟਨਾ ਆ ਇਹਦੇ ਵਿੱਚ ਮਰਨ ਵਾਲੇ, ਕਿਉਂਕਿ ਸਿੱਖ ਭਾਈਚਾਰੇ ਦੇ ਲੋਕ ਨੇ, ਇੱਥੇ ਵੀ ਕੋਸ਼ਿਸ਼ ਕੀਤੀ ਗਈ ਆ ਕਿ ਇਹ ਯਤਨ ਕੀਤਾ ਗਿਆ ਬਈ ਇੱਕ ਜਿਹੜਾ ਨੌਜਵਾਨ ਸੀਗਾ ਉਹਦੀ ਸ਼ਰਟ ਦੇ ਉੱਤੇ
ਇੱਕ ਸਿੱਖ ਆਗੂ ਦੀ ਤਸਵੀਰ ਸੀਗੀ ਔਰ ਉਹਨੂੰ ਇਹ ਪੇਸ਼ ਕਰਨ ਦਾ ਯਤਨ ਕੀਤਾ ਗਿਆ ਵੀ ਇਹ ਤਾਂ ਜੀ ਬੱਬਰ ਖਾਲਸਾ ਸੀਗੇ ਜੀ, ਇਹ ਫਲਾਣੇ ਅੱਤਵਾਦੀ ਸੀਗੇ, ਪਰੰਤੂ ਇਸ ਗੱਲ ਦਾ ਕਿਸੇ ਉੱਤੇ ਗਿੱਲ ਸਾਹਿਬ ਭੋਰਾ ਅਸਰ ਨਹੀਂਗਾ ਹੋਇਆ। ਔਰ ਜੋ ਐਡਾ ਵੱਡਾ ਇਕੱਠ, ਮਿਸਾਲੀ ਇਕੱਠ ਜਿਹਦੀ ਕੋਈ ਮਿਸਾਲ ਨਹੀਂ ਮਿਲਦੀ, ਉਹ ਇਹਨਾਂ 4 ਕਿਸਾਨਾਂ ਤੇ ਇੱਕ ਪੱਤਰਕਾਰ ਦੀ ਸ਼ਹਾਦਤ ਦੇ ਉੱਤੇ ਇਕੱਠੇ ਹੋਏ ਆ। ਔਰ ਸਾਰੀ ਦੁਨੀਆ ਦੇ ਉੱਤੇ ਜਿਹੜੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ, ਮੋਮਬੱਤੀਆਂ ਜਗਾ ਜਾ ਰਹੀਆਂ, ਪਾਠ ਕੀਤੇ ਜਾ ਰਹੇ ਆ, ਅਰਦਾਸਾਂ ਕੀਤੀਆਂ ਜਾ ਰਹੀਆਂ ਆ, ਇਹ ਕਦੀ ਵੀ ਅਜਾਈ ਨਹੀਂ ਜਾਂਦੀਆਂ ਹੁੰਦੀਆਂ। ਤੁਸੀਂ ਜਸਵੰਤ ਸਿੰਘ ਕੰਵਲ ਦਾ ਨਾਵਲ ਪੜ੍ਹਿਆ ਹੋਵੇਗਾ, ਰਾਤ ਬਾਕੀ ਹੈ ਜੀ। ਉਹਦੇ ਵਿੱਚ ਅਖੀਰ ਦੇ ਉੱਤੇ, ਕਿਉਂਕਿ ਉਹਨੇ ਹਰ ਇੱਕ ਦੇ ਵਿੱਚ ਕੋਈ ਜਿਹੜਾ ਬੰਦ ਹੈ ਕਵਿਤਾ ਦਾ ਫਿੱਟ ਕੀਤਾ ਆ, ਅਖੀਰਲਾ ਜਿਹੜਾ ਉਹਦਾ ਬੰਦ ਆ ਨਾ ਗਿੱਲ ਸਾਹਿਬ, ਉਹ ਇਹ ਆ ਕਿ ਮੱਝੀ ਚਾਰੀਆਂ ਵੇਲੇ ਅਜਾਈ ਜਾਣੀਆਂ ਨਹੀਂ, ਰਹਿ ਗਈ ਰਾਂਝਿਆ ਆਉਣੀ ਤੇਰੀ ਬਰਾਤ ਬਾਕੀ ਹੈ। ਸੋ ਇਹ ਜੋ ਸੰਘਰਸ਼ ਹੈ, ਇਹ ਜੋ ਸਟਰਗਲ ਹੈ, ਇਹਦੀ ਜੋ ਤਾਕਤ ਹੈ, ਇਹਦਾ ਜਿਹੜਾ ਰੂਪ ਹੈ ਕਿ ਅੱਜ ਹਰ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਆ ਉਹ ਕਿਸਾਨ ਲੀਡਰਸ਼ਿਪ ਦੇ ਅੰਡਰ ਚੱਲ ਰਹੀ ਆ, ਕਿਸਾਨ ਲੀਡਰਸ਼ਿਪ ਦੇ ਅਧੀਨ ਚੱਲ ਰਹੀ ਆ। ਔਰ ਦਿਨ ਬ ਦਿਨ ਇਹ ਸੰਘਰਸ਼ ਜਿਹੜਾ ਵੱਧਦਾ ਜਾ ਰਿਹਾ ਔਰ ਇਹ ਜੇਤੂ ਹੋ ਕੇ ਨਿਕਲੇਗਾ। ਇਹ ਆਵਾਮ ਦੀ ਆਵਾਜ਼ ਆ, ਆਵਾਮ ਦਾ ਸੰਘਰਸ਼ ਆ ਜੀ। ਜੀ ਅੱਛਾ, ਕਿਸਾਨ ਜਥੇਬੰਦੀਆਂ ਨੇ ਕਾਲੂ ਸਾਹਿਬ ਇੱਕ ਤਾਂ ਤਾਨੇ ਵਾਲੀ ਗੱਲ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਅਡੰਬਰ ਤੇ ਕਰਦੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ, ਪਰ ਉਹਨਾਂ ਨੇ ਆਪਣੇ ਲੈਵਲ ਤੇ ਕੁਝ ਐਸਾ ਨਹੀਂ ਸੀ ਕੀਤਾ। ਠੀਕ ਹੈ, ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਮਨਾ ਕੀਤਾ ਸੀ ਕਿ ਤੁਸੀਂ ਸਾਡੀਆਂ ਸਟੇਟਾਂ ਨਹੀਂ ਵਰਤਣੀਆਂ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਗਿਆਨ ਸੀਗਾ ਕਿ ਇਹ ਲੋਕ ਇਸ ਐਜੀਟੇਸ਼ਨ ਨੂੰ ਹਾਈਜੈਕ ਕਰ ਲੈਣਗੇ ਤੇ ਆਪਣੇ ਸਵਾਰਥ ਲਈ ਵਰਤਣਗੇ। ਉਹ ਬਹੁਤ ਵਧੀਆ ਇੱਕ ਉਹਨਾਂ ਦਾ ਕਦਮ ਸੀਗਾ, ਜਿਹਦਾ ਕਰਕੇ ਅਜੇ ਤੱਕ ਐਜੀਟੇਸ਼ਨ ਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਘੁਸਪੈਠ ਨਹੀਂ ਕਰ ਸਕੀ। ਹਾਲਾਂਕਿ ਸਾਰੇ ਦੇ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਅਸੀਂ ਗੈਰ ਸਿਆਸੀ ਨਹੀਂ ਕਹਿ ਸਕਦੇ, ਕਿਉਂਕਿ ਉਹ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਨੇ, ਵੋਟਰ ਨੇ, ਤੇ ਉਹਨਾਂ ਦੀ ਸਿਆਸੀ ਸੂਝ ਜਿਹੜੀ ਆ ਉਹ ਬਹੁਤੇ ਲੋਕਾਂ ਨਾਲ, ਜਿਹੜੇ ਸ਼ਹਿਰੀ ਵਰਗ, ਉਹਨਾਂ ਨੂੰ ਤੀਖਣ ਆ। ਇਹ ਨਹੀਂ ਆ ਕਿ ਉਹ ਭੋਲੇ ਭਾਲੇ ਆਪਾਂ ਕਹਿ ਦਿੰਦੇ ਕਿਸਾਨਾਂ ਨੂੰ, ਉਹ ਇੰਨੇ ਭੋਲੇ ਵੀ ਨਹੀਂ ਕਿ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਸਾਡੇ ਭਵਿੱਖ ਨਾਲ ਕੌਣ ਖਿਲਵਾੜ ਕਰ ਰਿਹਾ। ਸਭ ਤੋਂ ਪਹਿਲਾਂ ਉਹਨਾਂ ਭੋਲੇ ਭਾਲੇ ਲੋਕਾਂ ਨੇ ਐਡੀ ਵੱਡੀ ਤਾਕਤ ਨੂੰ ਚੈਲੰਜ ਕੀਤਾ। ਪਰ ਜਿਹੜੀ ਗੱਲ ਮੈਂ ਕਹਿਣੀ ਚਾਹ ਰਿਹਾ ਉਹ ਇਹ ਕਿ ਹੁਣ ਸਿਆਸੀ ਪਾਰਟੀਆਂ ਨੂੰ ਵੀ ਮਹਿਸੂਸ ਹੋਣ ਲੱਗਾ ਹੈ ਕਿ ਕਿਤੇ ਨਾ ਕਿਤੇ ਅਸੀਂ ਵਾਕਿਆ ਹੀ ਪਛੜੇ ਹੋਏ ਹਾਂ। ਜਿਵੇਂ ਇਸ ਦਿਨ ਵਾਲੇ ਦਿਨ ਮਹਾਰਾਸ਼ਟਰ ਦੇ ਵਿੱਚ ਐਨਸੀਪੀ, ਕਾਂਗਰਸ ਤੇ ਸ਼ਿਵ ਸੈਨਾ ਦੀ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਪੂਰੀ ਤਰ੍ਹਾਂ ਬੰਦ ਰੱਖਿਆ, ਉਹ ਇੱਕ ਪੋਜ਼ਿਟਿਵ ਸਾਈਨ ਕਿਹਾ ਜਾ ਸਕਦਾ ਹੈ। ਪ੍ਰਿਯੰਕਾ ਗਾਂਧੀ ਕਾਂਗਰਸ ਦੀ ਜਨਰਲ ਸਕੱਤਰ ਹੈ, ਉਹ ਖੁਦ ਉੱਥੇ ਸ਼ਰਧਾਂਜਲੀ ਦੇਣ ਲਈ ਪਹੁੰਚੀ ਔਰ ਸ਼ਰਧਾਂਜਲੀ ਦਿੱਤੀ। ਹਾਲਾਂਕਿ ਜਿਹੜੇ ਕੋਈ ਸਿਆਸੀ ਮਾਹਰ ਨੇ, ਤਿਗੜਮਬਾਜ਼ੀਆਂ ਜਿਹੜੀਆਂ ਜਾਣਦੇ ਨੇ ਸਿਆਸਤਦਾਨਾਂ ਦੀਆਂ, ਉਹ ਇਹ ਵੀ ਕਹਿੰਦੇ ਨੇ ਕਿ ਜੇ ਪ੍ਰਿਯੰਕਾ ਗਾਂਧੀ ਯੂਪੀ ਵਿੱਚ ਜ਼ਿਆਦਾ ਸਰਗਰਮ ਹੋਏਗੀ ਤੇ ਥੋੜਾ ਬਹੁਤਾ ਵੋਟ ਸ਼ੇਅਰ ਕਾਂਗਰਸ ਦਾ ਵਧਾਏਗੀ ਤੇ ਉਹਦਾ ਅਲਟੀਮੇਟਲੀ ਬੀਜੇਪੀ ਨੂੰ ਫਾਇਦਾ ਹੋਏਗਾ, ਕਿਉਂਕਿ ਜਿਹੜੀ ਦੂਜੀ ਪਾਰਟੀ ਇਸ ਵੇਲੇ ਤਾਕਤਵਰ ਹੋ ਕੇ ਉੱਭਰ ਰਹੀ ਆ, ਉਹਦੀਆਂ ਵੋਟਾਂ ਨੂੰ ਉਹ ਮਤਲਬ ਕੱਟੇਗੀ। ਸੋ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ। ਪਰ ਨਾਲ ਦੀ ਨਾਲ ਮੈਂ ਵੀ ਗੱਲ ਕਰਨਾ ਕਿ ਟਕੈਤ ਸਾਹਿਬ ਦੇ ਉੱਤੇ ਕੁਝ ਲੋਕਾਂ ਨੇ ਉਂਗਲਾਂ ਵੀ ਚੁੱਕੀਆਂ ਸੀਗੀਆਂ। ਅਸੀਂ ਵੀ ਇੱਕ ਦਿਨ ਆਪਣੇ ਪ੍ਰੋਗਰਾਮ 'ਚ ਗੱਲ ਕੀਤੀ ਸੀਗੀ ਕਿ ਸਮਝੌਤਾ ਬੜੀ ਜਲਦਬਾਜ਼ੀ 'ਚ ਹੋਇਆ ਲੱਗਦਾ ਹੈ, ਬਾਕੀ ਲੋਕਾਂ ਨਾਲ ਕੀ ਸਲਾਹ ਕਰਕੇ ਹੋਇਆ ਹੋਏਗਾ ਜਾਂ ਨਹੀਂ। ਸੋ ਜਿਸ ਤਰੀਕੇ ਨਾਲ ਹੁਣ ਟਕੈਤ ਨਹੀਂ ਬੋਲੇ ਨੇ, ਲਗਾਤਾਰ ਕਿਸਾਨ ਆਗੂ ਜਿਹੜੇ ਆ, ਮੈਂ ਪਹਿਲਾਂ ਕਿਹੜੀ ਮਿੱਟੀ ਦੇ ਬਣੇ ਹੋਏ ਆ, ਜਿਹੜੇ ਥੱਕਦੇ ਨਹੀਂ, ਹਾਰਦੇ ਨਹੀਂ, ਉਹਨਾਂ ਨੂੰ ਵੀ ਸਰੀਰ ਨੇ ਉਹਨਾਂ ਦੇ ਦੁੱਖ ਤਕਲੀਫ, ਠੰਡ ਗਰਮੀ ਮਹਿਸੂਸ ਹੁੰਦੀ ਆ, ਕੋਈ ਬਿਮਾਰ ਵੀ ਹੁੰਦਾ, ਪਰ ਜਿਸ ਤਰੀਕੇ ਨਾਲ ਉਹ ਲਗਾਤਾਰ 24 ਆਵਰ ਜਿਹੜੇ ਉਹ ਕੰਮ ਕਰ ਰਹੇ ਨੇ, ਕੋਈ ਵਿਅਕਤੀ ਉਹਨਾਂ ਨੂੰ ਕਾਲ ਕਰ ਲੇ ਉਹਨਾਂ ਦੇ ਨਿੱਜੀ ਫੋਨ ਤੇ, ਉਹ ਗੱਲ ਕਰਨ ਨੂੰ ਹਮੇਸ਼ਾ ਤਿਆਰ ਹੈ। ਮਤਲਬ ਦੁਨੀਆ ਭਰ ਵਿੱਚ ਉਸ ਅੰਦੋਲਨ ਦੀ ਚਰਚਾ ਹੈ ਤੇ ਦੁਨੀਆ ਭਰ 'ਚੋਂ ਉਹਨਾਂ ਨੂੰ ਅਨੇਕਾਂ ਕਾਲ ਆਉਂਦੀਆਂ ਨੇ। ਕੋਈ ਉਹਨਾਂ ਕੋਲ ਸੈਕਟਰੀ ਨਹੀਂ ਆ, ਕੋਈ ਉਹਨਾਂ ਕੋਲ ਦਫ਼ਤਰ ਨਹੀਂ ਆ, ਪਰ ਉਹ ਹਰ ਇੱਕ ਬੰਦੇ ਨੂੰ ਅਟੈਂਡ ਕਰਦੇ। ਮੈਂ ਨਾ ਉਹਨਾਂ ਦੀ ਜਿਹੜੀ ਕੰਮ ਕਰਨ ਦੀ ਸ਼ਕਤੀ ਆ ਉਹਨੂੰ ਵੀ ਸਲਾਮ ਕਰਨਾ ਚਾਹੀਦਾ। ਜਿਸ ਤਰੀਕੇ ਨਾਲ ਟਕੈਤ ਸਾਹਿਬ ਬੋਲੇ ਔਰ ਲੰਬਾ ਸਮਾਂ ਬੋਲੇ, ਉਹਨਾਂ ਨੇ ਜਿਸ ਤਰੀਕੇ ਨਾਲ ਉਸ ਭਾਸ਼ਣ ਵਿੱਚ ਸਰਕਾਰ ਨੂੰ ਵੰਗਾਰਿਆ ਆ
ਕਿ ਜਿੰਨਾ ਚਿਰ ਤੁਸੀਂ ਇਹਨੂੰ ਬਰਖਾਸਤ ਨਹੀਂ ਕਰਦੇ, ਜਿਹੜਾ ਸਟੇਟ ਹੋਮ ਮਿਨਿਸਟਰ ਹੈ, ਤੇ ਉਹਦੇ ਤੇ ਪਰਚਾ ਦਰਜ ਨਹੀਂ ਕਰਦੇ, ਜਿਵੇਂ ਤੁਸੀਂ ਵੀ ਕਿਹਾ 120 ਦਾ ਪਰਚਾ ਦਰਜ ਕੀਤਾ ਜਾਵੇ, ਤੇ ਉਹ ਇਹਨਾਂ ਨੂੰ ਜਿਹੜਾ ਜੇਲ੍ਹ 'ਚ ਬੰਦ ਨਹੀਂ ਕਰਦੇ। ਨਾਲ ਉਹਨਾਂ ਨੇ ਸਟੇਸ਼ਨ ਵੀ ਦੱਸਿਆ ਕਿ ਉਹਨਾਂ ਨੂੰ ਆਗਰੇ ਦੀ ਜੇਲ੍ਹ 'ਚ ਬੰਦ ਕਰਾਉਣਾ ਆ। ਸੋ ਜਿਸ ਤਰੀਕੇ ਨਾਲ ਉਹ ਬੋਲੇ ਨੇ, ਜਿਸ ਤਰੀਕੇ ਨਾਲ ਉਹ ਅਣਥੱਕ ਤੌਰ ਤੇ ਕੰਮ ਕਰ ਰਹੇ ਨੇ ਟਕੈਤ ਸਾਹਿਬ ਤੇ ਬਾਕੀ ਸਾਥੀ ਵੀ ਸਾਰੇ ਉਹਨਾਂ ਦੇ, ਉਹ ਜਿਹੜਾ ਵਾ ਕੰਮ ਉਹ ਬੜੀ ਉਹਨਾਂ ਦਾ ਸਲਾਹੁਣ ਵਾਲਾ ਹੈ। ਔਰ ਅਗਲੇ ਪ੍ਰੋਗਰਾਮ ਲੀਕੇ ਨੇ, ਉੱਤੇ ਵੀ ਆਪਾਂ ਚਰਚਾ ਕਰਦੇ ਹਾਂ ਬਾਅਦ ਵਿੱਚ। ਜਿਹੜੀ ਗੱਲ ਗਿੱਲ ਸਾਹਿਬ ਟਕੈਤ ਹੋਰਾਂ ਤੇ ਸ਼ੱਕ ਕਰਨ ਵਾਲੀ ਗੱਲ ਆ ਨਾ, ਇਹ ਦੇਖੋ ਮੂਵਮੈਂਟ ਨੂੰ ਪਾੜਨ ਲਈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਆ। ਇਹ ਕਿਸਾਨ ਲੀਡਰਸ਼ਿਪ ਜਿਹੜੀ ਆ ਉਹ ਭਲੀ ਭਾਂਤ ਜਾਣਦੀ ਆ, ਔਰ ਉਹ ਟਕੈਤ ਸਾਹਿਬ ਨੂੰ ਆਪਣਾ ਆਗੂ ਮੰਨਦੇ ਆ। ਔਰ ਟਕੈਤ ਸਾਹਿਬ ਕਿੰਨੇ ਹੰਬਲ ਆ, ਉਹ ਹਮੇਸ਼ਾ ਹੀ ਇਹ ਕਹਿੰਦੇ ਆ ਕਿ ਮੈਂ ਆਗੂ ਨਹੀਂਗਾ, ਮੇਰੇ ਆਗੂ ਜਿਹੜੇ ਆ ਨਾ ਉਹ 32-40 ਕਿਸਾਨ ਜਥੇਬੰਦੀਆਂ ਵਾਲਾ ਜਿਹੜਾ ਕਿਸਾਨ ਮੋਰਚਾ ਆ ਨਾ, ਉਹ ਮੇਰੇ ਲੀਡਰ ਨੇ। ਬਾਕੀ ਜਿਹੜੀ ਗੱਲ ਗਿੱਲ ਸਾਹਿਬ ਇਹ ਆ ਵੀ ਜਿਹੜਾ ਇੱਕ ਵਿਹਾਰ ਆ ਨਾ, ਜਿਹੜੀ ਪ੍ਰੈਕਟੀਕਲ ਲਾਈਫ ਆ, ਇਹ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੀ ਆ। ਤੁਹਾਨੂੰ ਯਾਦ ਹੋਣਾ ਕਿ 26 ਜਨਵਰੀ ਨੂੰ ਜਦੋਂ ਭਾਰਤ ਸਰਕਾਰ ਨੇ ਖੇਡ ਖੇਡੀ ਸੀਗੀ ਕਿ ਇਹ 1984 ਵਾਲਾ ਜਿਹੜਾ ਮਾਹੌਲ ਆ ਉਹ ਪੈਦਾ ਕਰਕੇ ਮੁੜ ਕੇ 84 ਲਿਆਂਦੀ ਜਾਵੇ, ਸਬਕ ਸਿਖਾਇਆ ਜਾਵੇ। ਉਹਦੇ ਵਿੱਚ ਹੁਣ ਤੁਸੀਂ ਇਹ ਦੇਖੋ ਕਿ ਉਸ ਦਿਨ ਜਦੋਂ RS ਦੇ ਲੱਠਮਾਰ BJP ਦੇ ਗੁੰਡੇ ਅਟੈਕ ਕਰਨ ਗਏ ਸੀਗੇ ਟਕੈਤ ਹੋਰਾਂ ਦੇ ਕੈਂਪ ਤੇ, ਤਾਂ ਉਸ ਵੇਲੇ ਇਹ ਤਰਾਈ ਦੇ ਸਿੱਖ ਫਾਰਮਰ ਸੀਗੇ ਜਿਹੜੇ ਉਹਨਾਂ ਦੇ ਨਾਲ ਸੀਗੇ, ਔਰ ਉਹਨਾਂ ਨੇ ਇੱਕ ਰੱਖਿਆ ਦੀ ਦੀਵਾਰ ਉਹਨਾਂ ਦੇ ਦੁਆਲੇ ਬਣਾ ਲਈ ਟਕੈਤ ਸਾਹਿਬ ਦੇ। ਕਹਿੰਦੇ ਵੀ ਟਕੈਤ ਸਾਹਿਬ ਸਾਡੇ ਹੁੰਦਿਆਂ ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਸਾਡੀਆਂ ਲਾਸ਼ਾਂ ਤੋਂ ਦੀ ਲੰਘ ਕੇ ਤੁਹਾਨੂੰ ਕੋਈ ਅਭੀ ਨਬੀ ਕਰ ਸਕੇਗਾ, ਤੁਸੀਂ ਹਿੱਲਿਓ ਨਾ। ਜੇ ਤੁਸੀਂ ਇੱਥੋਂ ਚਲੇ ਗਏ ਤਾਂ ਤੁਹਾਡੇ ਬਾਪ ਮਹਾਨ ਕਿਸਾਨ ਆਗੂ ਮਹਿੰਦਰ ਸਿੰਘ ਟਕੈਤ ਦੀ ਰੂਹ ਜਿਹੜੀ ਆ ਉਹ ਤੁਹਾਨੂੰ ਲਾਹਨਤਾਂ ਪਾਇਆ ਕਰੇਗੀ, ਤੇ ਜੇ ਤੁਸੀਂ ਟਿਕੇ ਰਹੋਗੇ ਤੇ ਤੁਸੀਂ ਇੱਕ ਨਿਡਰ ਨੇਤਾ ਦੇ ਤੌਰ ਤੇ ਉੱਭਰੋਗੇ। ਸੋ ਜਿਹੜੀ ਟਕੈਤ ਦੀ ਤਾਕਤ ਆ, ਇਹ ਕਿਸਾਨ ਜਿਹੜੇ ਉਹਦੀ ਖਾਤਰ ਜਾਨ ਵੀ ਦੇਣ ਲਈ ਤਿਆਰ ਹੈਗੇ ਆ, ਉਹਦੀ ਤਾਕਤ ਆ, ਔਰ ਉਹ ਤਾਕਤ ਬੋਲਦੀ ਆ। ਤੇ ਜਿਹੜਾ ਵੀ ਲੋਕਾਂ ਦੀ ਤਾਕਤ ਦੀ ਨੁਮਾਇੰਦਗੀ ਕਰਦਾ ਆ, ਉਹ ਕਦੇ ਵੀ ਇਸ ਕਿਸਮ ਦੀ ਜਿਹੜੀ ਗੱਲ ਹੈ ਵੀ ਉਹ ਕੋਈ ਗਦਾਰੀ ਕਰ ਜਾਏਗਾ, ਉਹਦੇ 'ਚ ਇਹ ਮੌਕੇ ਉੱਤੇ ਗਿੱਲ ਸਾਹਿਬ ਫੈਸਲੇ ਕਰਨੇ ਬੜੇ ਔਖੇ ਹੁੰਦੇ ਆ। ਜਦੋਂ ਹਾਲਾਤ ਇਦਾਂ ਦੇ ਬਣੇ ਹੋਣ ਕਿ ਆਲੇ ਦੁਆਲੇ ਮਾਹੌਲ ਹਿੰਸਕ ਹੋ ਜਾਵੇ, 5 ਲਾਸ਼ਾਂ ਜਿਹੜੀਆਂ ਹੈਗੀਆਂ ਉਹ ਪਈਆਂ ਹੋਣ ਤੇ ਹਾਹਾਕਾਰ ਮੱਚੀ ਹੋਵੇ, ਤਾਂ ਉਸ ਵੇਲੇ ਕਈ ਫੈਸਲੇ ਜਿਹੜੇ ਆ ਉਹ ਜਲਦਬਾਜ਼ੀ ਦੇ ਵਿੱਚ 19-21 ਉਹਨਾਂ 'ਚ ਹੋ ਸਕਦੀ ਆ, ਪਰ ਕਿਸੇ ਦੀ ਨੀਤ ਦੇ ਉੱਤੇ ਗਿੱਲ ਸਾਹਿਬ ਸ਼ੱਕ ਨਹੀਂ ਕੀਤਾ ਜਾਂਦਾ। ਔਰ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਗੱਲ ਆ, ਇਹ ਠੀਕ ਆ ਕਿ ਕਿਸਾਨਾਂ ਨੇ ਕਿਹਾ ਸੀਗਾ ਕਿ ਬਈ ਅਸੀਂ ਕਿਸੇ ਨਾਲ ਸਟੇਜ ਸਾਂਝੀ ਪੋਲੀਟੀਕਲ ਪਾਰਟੀ ਵਾਲਿਆਂ ਨਾਲ ਨਹੀਂ ਕਰਨੀ, ਪਰੰਤੂ ਤੁਹਾਨੂੰ ਪਤਾ ਹੋਣਾ ਗਿੱਲ ਸਾਹਿਬ ਕਿ ਜਿਹੜਾ ਜੋਗਿੰਦਰ ਸਿੰਘ ਉਗਰਾਹਾਂ ਆ ਉਹ ਗੈਰ ਪੋਲੀਟੀਕਲ ਆ ਜੀ। ਜਿਹੜਾ ਹਨਨ ਮੁੱਲਾ ਆ ਕੀ ਉਹ ਗੈਰ ਪੋਲੀਟੀਕਲ ਆ? ਉਹ ਪੋਲੀਟੀਕਲ ਨੇ, ਪਰੰਤੂ ਉਹ ਪੋਲਿਟਿਕਸ ਦੀ ਲੜਾਈ ਨਹੀਂ ਬਣਾਉਂਦੇ ਇਹਨੂੰ, ਉਹ ਕਹਿੰਦੇ ਆ ਕਿਸਾਨਾਂ ਦੀ ਲੜਾਈ ਆ। ਸੋ ਇਹਦੇ ਵਿੱਚ ਪੋਲਿਟਿਕਸ ਹੈਗੀ ਆ, ਹਰ ਇੱਕ ਦੀ ਪੋਲਿਟਿਕਸ ਹੁੰਦੀ ਆ, ਪਰੰਤੂ ਜੋ ਪ੍ਰਿਯੰਕਾ ਗਾਂਧੀ ਨੇ ਕੀਤਾ ਹੈਗਾ, ਤੁਸੀਂ ਕਾਂਗਰਸ ਦੇ ਵਿਚਾਰਾਂ ਨਾਲ ਸਹਿਮਤ ਹੋਵੋ ਨਾ ਹੋਵੋ, ਪਰੰਤੂ ਉਹਨੇ ਇੱਕ ਬਹੁਤ ਵੱਡਾ ਕੰਮ ਕੀਤਾ ਹੈਗਾ। ਤੇ ਬਾਕੀ ਜਿਹੜੀ ਇਹ ਗੱਲ ਆ ਵੀ ਜੀ ਉਹਨਾਂ ਦਾ ਤੇ ਮਫਾਦ ਆ ਜੀ, ਮਫਾਦ ਤੋਂ ਬਿਨਾਂ ਗਿੱਲ ਸਾਹਿਬ ਕੌਣ ਆ? ਹਰ ਇੱਕ ਦਾ ਕੋਈ ਨਾ ਕੋਈ ਮਫਾਦ ਹੁੰਦਾ ਆ, ਪਰ ਜੇ ਪ੍ਰਿਯੰਕਾ ਗਾਂਧੀ ਦਾ ਮਫਾਦ ਕਿਸਾਨਾਂ ਦੇ ਹੱਕ 'ਚ ਭੁਗਤਦਾ ਆ, ਜ਼ਾਲਮਾਂ ਦੇ ਵਿਰੁੱਧ ਭੁਗਤਦਾ ਆ, ਔਰ ਉਹਨੇ ਇਹ ਸਾਬਤ ਕੀਤਾ ਕਿ ਆਹ ਜਿਹੜੇ ਕਾਨੂੰਨਾਂ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਦੀ ਤੁਹਾਨੂੰ ਵੀ ਜਾਣਕਾਰੀ ਹੈ ਨਹੀਂ ਗੀ। ਉਹ ਕਹਿੰਦੀ ਮੈਨੂੰ ਕਾਹਦੇ ਲਈ ਫੜਦੇ ਜੇ, ਇਹ ਜੀ ਦਫਾ 144 ਲੱਗੀ ਆ, ਕਹਿੰਦੀ ਮੈਂ ਤਾਂ ਇਕੱਲੀ ਆ, ਮੇਰੇ ਤੇ ਕਾਹਦੀ ਦਫਾ 144 ਆ। ਸੋ ਇਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ, ਉਹ ਭਾਵੇਂ ਸਮਾਜਵਾਦੀ ਪਾਰਟੀ ਹੋਵੇ, ਭਾਵੇਂ ਕਾਂਗਰਸ ਪਾਰਟੀ ਹੋਵੇ, ਭਾਵੇਂ ਅਕਾਲੀ ਪਾਰਟੀ ਹੋਵੇ,
ਭਾਵੇਂ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ, ਉਹਨਾਂ ਦੇ ਆਪਣੇ ਮਫਾਦ 100 ਹੋਣ ਗਿੱਲ ਸਾਹਿਬ, ਪਰੰਤੂ ਇਸ ਵੇਲੇ ਜਿਹੜੇ ਕੰਮ ਲਈ ਉਹ ਆਉਂਦੇ ਆ, ਇਸ ਵੇਲੇ ਉਹ ਕਿਸਾਨਾਂ ਦੀ ਹਮਾਇਤ ਦੇ ਉੱਤੇ ਆਉਂਦੇ ਹੈਗੇ ਆ। ਸੋ ਉਹਨਾਂ ਨਾਲ ਪੋਲੀਟੀਕਲ ਮਤਭੇਦ ਹੋਣ, ਵਖਰੇਵੇਂ ਹੋਣ, ਪਰੰਤੂ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਆਹ ਦਾ ਨਾਰਾ ਮਾਰਦੇ ਆ, ਉਹਦੀ ਸ਼ਲਾਘਾ ਕਰਨੀ ਬਣਦੀ ਹੈ ਜੀ। ਪ੍ਰੋਫੈਸਰ ਸਾਹਿਬ, ਇੱਕ ਖਬਰ ਹੋਰ ਨਾਲ ਦੀ ਨਾਲ ਜਿਹੜੀ ਆ ਕਿ ਪੁੰਛ ਵਿੱਚ ਇੱਕ ਮੁਕਾਬਲੇ 'ਚ 4 ਫੌਜੀ ਸ਼ਹੀਦ ਹੋਏ ਨੇ, ਜਿਨ੍ਹਾਂ 'ਚ ਪੰਜਾਬ ਤੋਂ ਨੇ 2 ਨੇ, ਤੇ ਪੰਜਾਬ ਤੇ 3 ਜਣੇ ਨੇ ਜੀ ਮੇਰੇ ਖਿਆਲ, ਜਿਹੜੇ ਸਿੱਖ ਸਿਪਾਹੀ ਨੇ, ਤੇ ਇੱਕ ਨਾਇਬ ਸੂਬੇਦਾਰ ਵੀ ਆ ਵਿੱਚ ਉਹਨਾਂ ਦੇ। ਚਾਰ ਪੰਜਾਬ ਦੇ ਆ ਜੀ, ਇੱਕ ਗੈਰ ਪੰਜਾਬੀ ਆ। ਮਤਲਬ 4 ਸਿੱਖ ਨੇ, ਇੱਕ ਗੈਰ ਸਿੱਖ ਆ। ਹਾਂਜੀ ਬਿਲਕੁਲ। ਔਰ ਉਹ ਕੇਰਲਾ ਤੋਂ ਮੇਰੇ ਖਿਆਲ 'ਚ ਰਿਹਾ ਉਹ ਦੂਜਾ ਬੰਦਾ। ਔਰ ਜਿੰਨੀ ਢੀਠਤਾਈ ਨਾਲ ਮੀਡੀਆ ਪ੍ਰਚਾਰ ਕਰਦਾ ਆ ਕਿ ਜਿਹੜੇ ਲੋਕ ਨੇ ਅੱਤਵਾਦੀ ਨੇ, ਇਹ ਸਾਰੇ ਦੇ ਸਾਰੇ ਕਿਸਾਨਾਂ ਦੇ ਪੁੱਤ ਨੇ, ਤੇ ਜਦੋਂ ਆਪਣੀਆਂ ਛੁੱਟੀਆਂ 'ਚ ਆਉਂਦੇ ਰਹੇ ਨੇ ਇਹ ਕਿਸਾਨ ਮੋਰਚੇ 'ਚ ਸ਼ਾਮਲ ਹੁੰਦੇ ਰਹੇ ਨੇ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਰੋਪੜ ਦੇ ਇੱਕ ਜਿਹੜਾ ਨੌਜਵਾਨ ਮਾਰਿਆ ਗਿਆ ਉੱਥੇ ਪੁੰਛ ਮੁਕਾਬਲੇ ਦੇ ਵਿੱਚ, ਉਹਦਾ ਵਿਆਹ ਹੋਇਆ 6 ਮਹੀਨੇ ਪਹਿਲਾਂ, ਉਹਨੇ ਵਿਆਹ ਵੀ ਟਰੈਕਟਰ ਦੇ ਉੱਤੇ ਜਾ ਕੇ ਕਿਸਾਨੀ ਝੰਡਾ ਲਾ ਕੇ ਕਰਾਇਆ ਸੀਗਾ। ਯਾਨੀ ਕਿ ਜਿਹੜਾ ਮੀਡੀਆ ਵਾ ਇਹਨਾਂ ਚੀਜ਼ਾਂ ਨੂੰ ਬਿਲਕੁਲ ਹਾਈਲਾਈਟ ਨਹੀਂ ਕਰਦਾ, ਸਿਰਫ ਉਹ ਪ੍ਰਚਾਰ ਕਰੀ ਜਾ ਰਿਹਾ ਲਗਾਤਾਰ ਕਿ ਇਹ ਜਿਹੜਾ ਹੈ ਇਹਦੇ ਪਿੱਛੇ ਵਿਦੇਸ਼ੀ ਤਾਕਤਾਂ ਨੇ, ਖਾਲਿਸਤਾਨੀ ਮੂਵਮੈਂਟ ਹੈ ਜਾਂ ਕੁਝ ਹੋਰ। ਸੋ ਇਹ ਤਿਰੰਗੇ 'ਚ ਜਿਹੜੀਆਂ ਲਿਪਟ ਕੇ ਲਾਸ਼ਾਂ ਆਈਆਂ ਨੇ, ਹੁਣ ਇਸ ਕਿਸਾਨਾਂ ਦੇ ਪੁੱਤਰਾਂ ਦੀਆਂ ਲਾਸ਼ਾਂ ਹੀ ਕਹੀਆਂ ਜਾ ਰਹੀਆਂ ਨੇ। ਦੇਖੋ ਗੱਲ ਇਹ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ 1965 ਦੇ ਵਿੱਚ 1966 ਦੇ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀਗਾ, ਤਾਂ ਉਹਨੂੰ ਇਹ ਪਤਾ ਸੀਗਾ ਕਿ ਕਿਸਾਨ ਜਿਹੜਾ ਹੈਗਾ ਇਹਦੇ ਬੱਚੇ ਜਵਾਨ ਆ, ਮਤਲਬ ਸਰਹੱਦ ਦੇ ਉੱਤੇ ਇਹੀ ਲੜਦੇ ਆ। ਤੇ ਨਾਲ ਦੀ ਨਾਲ ਜਿਹੜੀ ਤੁਸੀਂ ਆਹ ਗੱਲ ਕਰਦੇ ਆ, ਇਹ ਤੇ ਬਹੁਤ ਬੇਸ਼ਰਮੀ ਵਾਲੀ ਗੱਲ ਹੈਗੀ ਆ ਕਿ ਉਹਨਾਂ ਨੂੰ ਇਹ ਕਹਿਣਾ ਵੀ ਜੇ ਉਹ ਕਿਤੇ ਕਿਸਾਨ ਮੋਰਚੇ 'ਚ ਗਏ ਹੋਣਗੇ ਜਾਂ ਉਹਨਾਂ ਦੇ ਬਾਪ ਉੱਥੇ, ਭੈਣ ਭਰਾ ਉੱਥੇ ਗਏ ਨੇ, ਤੇ ਜੇ ਉਸ ਲਹਿਰ ਦੇ ਪ੍ਰਭਾਵ ਹੇਠ ਜਦੋਂ ਕਿ ਉਹ ਕਿਸਾਨੀ ਵਿੱਚੋਂ ਨੇ, ਜੇ ਉਹਨਾਂ ਨੇ ਟਰੈਕਟਰ ਤੇ ਜਾ ਕੇ ਵਿਆਹ ਕਰਾਇਆ ਹੋਏਗਾ, ਕਿਸਾਨੀ ਝੰਡਾ ਜਿਹੜਾ ਹੈਗਾ ਉਹਦੇ 'ਚ ਜਾ ਕੇ ਵਿਆਹ ਕਰਾਇਆ ਹੋਏਗਾ ਕਿਸਾਨੀ ਝੰਡਾ ਲੈ ਕੇ, ਤਾਂ ਇਹ ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ, ਇਹ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਹੈਗਾ। ਇਦਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਇਹ ਮੀਡੀਆ ਲਈ ਬਹੁਤ ਸ਼ਰਮਨਾਕ ਗੱਲ ਹੈਗੀ ਆ। ਔਰ ਜਿਹੜੇ ਜਾਨਵਰ ਗਏ ਗਿੱਲ ਸਾਹਿਬ ਦੇਸ਼ ਤੋਂ ਇਦੋਂ ਵੱਧ ਹੋਰ ਕੀ ਕਰ ਸਕਦੇ ਆ, ਤੇ ਉਹਨਾਂ ਦੇ ਸੰਬੰਧ ਵਿੱਚ ਇਦਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਉਹ ਬਹੁਤ ਹੀ ਕਮੀਣੀ ਤੇ ਹੀਣੀ ਹਰਕਤ ਹੈਗੀ ਆ। ਤੇ ਮੀਡੀਆ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜੇ ਚੰਨ ਵੱਲ ਨੂੰ ਮੂੰਹ ਕਰਕੇ ਕੋਈ ਥੁੱਕਦਾ ਹੈ ਨਾ, ਤੇ ਉਹ ਚੰਨ ਦਾ ਕੁਝ ਨਹੀਂ ਵਿਗਾੜਦਾ, ਉਹਦੇ ਆਪਣੇ ਮੂੰਹ ਤੇ ਪੈਂਦਾ। ਸੋ ਇਹ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ, ਉਹਦੇ ਵਿੱਚ ਇਦਾਂ ਦਾ ਕੋਈ ਪ੍ਰਚਾਰ ਜਿਹੜਾ ਉਹ ਚੱਲਣਾ ਬਹੁਤ ਮੁਸ਼ਕਲ ਆ। ਜੀ ਬਿਲਕੁਲ। ਅੱਛਾ, ਇੱਕ ਖਬਰ ਜਿਹੜੀ ਆ ਜੀ, ਆਪਾਂ ਹੋਰ ਇਹ ਤੋਂ ਕਿਸਾਨੀ ਮੂਵਮੈਂਟ ਤੋਂ ਹਟ ਕੇ ਵੀ 2-4 ਗੱਲਾਂ ਕਰ ਲਈਏ। ਇੱਕ ਖਬਰ ਜਿਹੜੀ ਵੱਡੀ ਉਹ ਇਹ ਆ ਰਹੀ ਆ ਕਿ ਪੂਰੇ ਸਮੁੱਚੇ ਭਾਰਤ ਵਿੱਚ ਕੋਲੇ ਦਾ ਬਹੁਤ ਗਹਿਰਾ ਸੰਕਟ ਜਿਹੜਾ ਉਹ ਪੈਦਾ ਹੋ ਗਿਆ, ਤੇ ਕੋਲੇ ਦੇ ਸੰਕਟ ਦੇ ਨਾਲ ਬਿਜਲੀ ਦਾ ਵੱਡਾ ਸੰਕਟ ਪੈਦਾ ਹੋਣ ਦਾ ਡਰ ਬਣ ਗਿਆ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਦੇਸ਼ ਵਾਸੀਆਂ ਨੂੰ ਇਹਦੇ ਲਈ ਤਿਆਰ ਰਹਿਣਾ ਚਾਹੀਦਾ ਕਿ ਬਿਜਲੀ ਦਾ ਸੰਕਟ ਭਾਰਤ ਵਿੱਚ ਆਉਣ ਵਾਲਾ ਆ। ਸੋ ਕੋਲੇ ਲਈ ਸਾਰੀ ਦੀ ਸਾਰਾ ਹੀ ਖਦਾਨ ਜਿਹੜੇ ਨੇ ਇਹਨਾਂ ਨੇ ਪ੍ਰਾਈਵੇਟੇਸ਼ਨ ਕਰਤੀ, ਤੇ 70% ਬਿਜਲੀ ਜਿਹੜੀ ਆ ਭਾਰਤ ਵਿੱਚ ਕੋਲੇ ਤੋਂ ਬਣਦੀ ਆ। ਮੈਂ ਰਿਪੋਰਟ ਦੇਖ ਰਿਹਾ ਸੀ ਇੱਕ BBC ਦੀ, ਉਹਨਾਂ ਨੇ ਸਾਫ਼ ਕਿਹਾ ਕਿ ਭਾਰਤ ਚੌਥਾ ਸਭ ਤੋਂ ਵੱਡਾ ਦੇਸ਼ ਹੈ ਜਿਹਦੇ ਕੋਲ ਕੋਲੇ ਦੇ ਭੰਡਾਰ ਨੇ, ਪਰ ਕਿਉਂਕਿ 70% ਬਿਜਲੀ ਦਾ ਉਤਪਾਦਨ ਕੋਲੇ ਨਾਲ ਹੁੰਦਾ ਆ, 17% ਪਿਛਲੇ ਸਾਲ ਦੇ ਮੁਕਾਬਲੇ ਖਪਤ ਵੱਧ ਗਈ ਆ ਕੋਲੇ ਦੀ, ਤੇ ਕੀਮਤਾਂ ਵੱਧ ਗਈਆਂ ਨੇ 40%, ਕਿਉਂਕਿ ਹੁਣ ਕੋਲਾ ਜਿਹੜਾ ਆ ਉਹ ਸਰਕਾਰੀ ਖਦਾਨਾਂ ਚੋਂ ਨਹੀਂ, ਉਹ ਅਡਾਨੀ ਰਾਂ ਦੀਆਂ ਖਦਾਨਾਂ ਚੋਂ ਨਿਕਲ ਕੇ ਆਉਂਦਾ ਆ ਤੇ ਕੰਟਰੋਲ ਉਹਨਾਂ ਦੇ ਵਿੱਚ ਆ। ਤੇ ਇਸ ਹਿਸਾਬ ਨਾਲ ਜੇ ਭਾਰਤ ਵਿੱਚ ਬਿਜਲੀ ਦਾ ਸੰਕਟ ਵੱਧ ਜਾਂਦਾ ਆ ਤੇ ਉਹਦੇ ਉਤਪਾਦਨ ਤੇ ਵੀ ਫਰਕ ਪਏਗਾ, ਔਰ ਲੋਕਾਂ ਦੇ ਰਹਿਣ ਸਹਿਣ ਤੇ ਬਹੁਤ ਭੈੜਾ ਅਸਰ ਪਏਗਾ। ਤੇ ਨਾਲ ਦੀ ਨਾਲ ਇਹ ਆ ਕਿ ਜਿਹੜੀ ਭਾਰਤ ਦੀ GDP ਦਿਖਾਈ ਜਾ ਰਹੀ ਆ ਅੱਜ, ਜਿਵੇਂ ਦੱਸ ਰਿਹਾ ਕਿ 9.5% ਹੈ, ਤੇ ਅਗਲੇ ਸਾਲ 2022 ਚ 8.5% ਰਹਿਣ ਦੀ ਸੰਭਾਵਨਾ ਆ। ਇਹਦੇ ਉੱਤੇ ਵੀ ਬੜਾ ਮਾਰੂ ਅਸਰ ਇਹਦਾ ਪੈ ਸਕਦਾ ਆ ਕਿ ਇਹ ਜਿਹੜੀ GDP ਇਹਨੂੰ ਬਰਕਰਾਰ ਰੱਖ ਸਕੂਗਾ ਭਾਰਤ ਕਿ ਨਹੀਂ।
ਪਹਿਲਾਂ ਹੀ ਕਿਹਾ ਜਾਂਦਾ ਕਿ ਭਾਰਤ ਅੰਕੜੇ ਤੋੜ ਮਰੋੜ ਕੇ ਪੇਸ਼ ਕਰਦਾ ਹੈ ਤੇ GDP ਦੇ ਅਸਲੀ ਅੰਕੜੇ ਨਹੀਂ ਹੁੰਦੇ। ਮੈਂ ਅੱਗੇ ਵੇਖ ਰਿਹਾ ਸੀਗਾ ਕਿ ਭਾਰਤ ਦੀ GDP ਦੇ ਨੇੜੇ ਤੇੜੇ ਵੀ ਕੋਈ ਮੁਲਕ ਨਹੀਂ ਆ। ਭਾਰਤ ਦੀ 9.5 ਹੈ ਤੇ ਉਸ ਤੋਂ ਬਾਅਦ 6.5 ਸਪੇਨ ਦੀ ਨਜ਼ਰ ਆ ਰਹੀ ਆ, ਉਸ ਤੋਂ ਬਾਅਦ ਚਾਈਨਾ ਦੀ ਆ। ਅਮਰੀਕਾ ਵਰਗੇ ਮੁਲਕ, ਦੁਨੀਆ ਦੇ ਬਾਕੀ ਸਾਰੇ ਮੁਲਕ ਜਿਹੜੇ ਆ ਉਹ 4.5% ਤੇ ਤੁਰੇ ਫਿਰਦੇ ਆ, ਯਾਨੀ ਕਿ ਉਹ ਤੋਂ ਅੱਧੀ। ਤੇ ਇਹ ਵੀ GDP ਦੀ ਜਿਹੜੀ ਉਹਨਾਂ ਦੀ ਮੈਨੂਪੂਲੇਸ਼ਨ ਦੱਸਦੇ ਆ, ਉਹ ਇਸ ਕਰਕੇ ਵੀ ਆ ਕਿ ਭਾਰਤ ਲਗਾਤਾਰ ਜਿਹੜੇ ਸਰਕਾਰੀ ਅਦਾਰੇ ਆ ਉਹਨਾਂ ਨੂੰ ਵੇਚ ਰਿਹਾ ਆ, ਸਰਕਾਰੀ ਪ੍ਰਾਪਰਟੀਆਂ ਵੇਚ ਰਿਹਾ ਆ, ਤੇ ਉਹ ਪੈਸਾ ਜਿਹੜਾ ਇਕੱਠਾ ਕਰਕੇ ਉਹਨੂੰ ਸ਼ੋਅ ਕਰ ਦਿੰਦਾ ਹੈ ਕਿ ਸਾਡੀ ਜਿਹੜੀ ਹੈ ਇਨਕਮ ਦਾ ਹਿੱਸਾ ਆ, ਸਾਡਾ ਇੱਕ ਕਿਸਮ ਦਾ ਸਰਕੂਲੇਸ਼ਨ ਹੈ ਪੈਸੇ ਦਾ, ਜਿਹੜਾ ਕਿ ਇੱਕ ਕਿਸਮ ਦਾ ਤਬਾਹੀ ਵੱਲ ਵੱਧ ਰਿਹਾ ਕਦਮ ਹੈ। ਆਪਾਂ ਦੇਖਿਆ ਕਿ ਪਿਛਲੇ ਦਿਨੀ ਇੰਡੀਅਨ 에ਅਰਲਾਈਨ ਵੀ ਵੇਗੀ ਆ, ਤੇ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਭਾਰਤ ਇੱਕ ਏਡਾ ਵੱਡਾ ਮੁਲਕ ਹੋਵੇ ਤੇ ਉਹਦਾ ਅੰਤਰਰਾਸ਼ਟਰੀ ਹਵਾਵਾਂ ਵਿੱਚ ਇੱਕ ਵੀ ਜਹਾਜ਼ ਨਾ ਹੋਵੇ ਉਹਦੇ ਨਾਂ ਦਾ। ਜਿਹੜਾ ਜਹਾਜ਼ ਚੱਲ ਰਹੇ ਹੋਣ ਉਹ ਸਾਰੇ ਪ੍ਰਾਈਵੇਟ ਕੰਪਨੀਆਂ ਦੇ ਹੋਣ। ਜਿਹੜੀ ਗਿੱਲ ਸਾਹਿਬ ਤੁਸੀਂ ਕੋਲੇ ਦੀ ਗੱਲ ਕੀਤੀ ਆ, ਪਬਲਿਕ ਸੈਕਟਰ ਦੇ ਵਿੱਚੋਂ ਪ੍ਰਾਈਵੇਟ ਸੈਕਟਰ 'ਚ ਦਿੱਤਾ ਨਾ, ਅਬਾਨੀ ਜਿਹੜਾ ਕਾਰਪੋਰੇਟ ਸੈਕਟਰ ਹੈਗਾ ਉਹਨਾਂ ਨੂੰ ਦੇ ਦਿੱਤਾ। ਹੁਣ ਬਿਜਲੀ ਦਾ ਸੰਕਟ ਪੈਦਾ ਹੋਣਾ, ਕੋਲੇ ਦੀ ਘਾਟ ਪੈਦਾ ਹੋਣਾ, ਸੰਕਟ ਪੈਦਾ ਹੋ ਕੇ ਲੋਕਾਂ ਦਾ ਨੁਕਸਾਨ ਹੋਣਾ, ਉਹਨਾਂ ਨੂੰ ਮੁਸ਼ਕਲ ਆਉਣੀ ਮਾੜੀ ਗੱਲ ਆ। ਪਰ ਨਾਲ ਦੀ ਨਾਲ ਇਹ ਵੀ ਗੱਲ ਸਾਬਤ ਹੁੰਦੀ ਆ ਭਈ ਜਿਹੜਾ ਪਬਲਿਕ ਸੈਕਟਰ ਆ, ਪਬਲਿਕ ਸੈਕਟਰ ਦਾ ਮਤਲਬ ਆ ਕਿ ਲੋਕਾਂ ਦੀ ਸੇਵਾ ਦਾ ਵਾਸਤੇ ਸੈਕਟਰ ਆ ਉਹ। ਤੇ ਇਹ ਜਿਹੜਾ ਅਬਾਨੀ ਕਾਰਪੋਰੇਟ ਸੈਕਟਰ ਕੋਲ ਆ, ਇਹ ਮੁਨਾਫੇ ਦਾ ਹੈਗਾ। ਔਰ ਪਬਲਿਕ ਸੈਕਟਰ ਜਿਹੜਾ ਹੈਗਾ ਇਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਆਂਦਾ ਸੀਗਾ। ਔਰ ਜਿਹੜੇ ਵੱਡੇ ਵੱਡੇ ਸਟੀਲ ਪਲਾਂਟ ਲੱਗੇ, ਭਾਵੇਂ ਉਹ ਦੁਰਗਾਪੁਰ ਦਾ ਸਟੀਲ ਪਲਾਂਟ ਸੀਗਾ, ਭਾਵੇਂ ਭਲਾਈ ਦਾ ਸਟੀਲ ਪਲਾਂਟ ਸੀਗਾ, ਜਾਂ ਰੌੜਕਿਲਾ ਦਾ ਸਟੀਲ ਪਲਾਂਟ ਸੀਗਾ, ਜੇ ਉਹ ਨਾ ਹੁੰਦੇ ਤਾਂ ਭਾਰਤ ਦੀ ਤਰੱਕੀ ਜਿਹੜੀ ਆ ਇੰਨੀ ਨਹੀਂ ਹੋ ਸਕਦੀ ਸੀਗੀ। ਔਰ ਇਹ ਮੋਦੀ ਸਾਹਿਬ ਜਦੋਂ ਦੇ ਆਏ ਆ, ਇਹਨਾਂ ਨੇ ਪਹਿਲਾਂ ਕਾਂਗਰਸ ਸਰਕਾਰ ਵੀ ਇਸੇ ਰਾਹ ਤੇ ਚੱਲਦੀ ਰਹੀ ਆ, ਪਰ ਉਹ ਕਿਉਂਕਿ ਹੁਣ ਇਸ ਵੇਲੇ ਰਾਜ ਨਹੀਂ ਕਰ ਰਹੇ, ਜਿਹੜਾ ਕੋਈ ਵੀ ਦੋਸ਼ ਆ ਉਹ ਰਾਜ ਕਰਦੀ ਪਾਰਟੀ ਦੇ ਉੱਤੇ ਆਉਂਦਾ ਹੈਗਾ। ਤੇ ਇਹਨਾਂ ਨੇ ਅੱਤ ਕਰ ਦਿੱਤੀ ਹੈਗੀ ਆ ਕਿ ਕੋਈ ਜਿਹੜਾ ਪਬਲਿਕ ਸੈਕਟਰ ਵਾਲਾ ਹੈਗਾ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ ਆ ਇਹ ਮੁਨਾਫੇ ਵਾਲਾ ਪਬਲਿਕ ਸੈਕਟਰ ਸੀਗਾ। ਰੇਲਵੇ ਜਿਹੜਾ ਹੈਗਾ ਉਹ ਲੋਕਾਂ ਦੀ ਸੇਵਾ ਕਰਨ ਵਾਲਾ ਸੈਕਟਰ ਸੀਗਾ। ਰੇਲਵੇ ਵੇਚ ਦਿੱਤੀ, ਪਬਲਿਕ ਸੈਕਟਰ ਦੇ ਜਿਹੜੇ ਬੈਂਕ ਆ ਉਹ ਖਤਮ ਕਰ ਦਿੱਤੇ। ਔਰ ਤੁਹਾਨੂੰ ਗਿੱਲ ਸਾਹਿਬ ਯਾਦ ਹੋਣਾ ਕਿ ਜਦੋਂ ਦੁਨੀਆ ਭਰ ਦੇ ਵਿੱਚ ਆਰਥਿਕ ਮੰਦੀ ਆ ਗਈ ਸੀਗੀ ਨਾ, ਉਦੋਂ ਭਾਰਤ ਉਹਦੇ ਤੋਂ ਕਿਉਂ ਬਚਿਆ ਰਿਹਾ ਸੀਗਾ? ਕਿਉਂਕਿ ਬੈਂਕਿੰਗ ਸੈਕਟਰ ਜਿਹੜਾ ਹੈਗਾ ਉਹ ਪਬਲਿਕ ਸੈਕਟਰ ਦੇ ਵਿੱਚ ਸੀਗਾ। ਬੈਂਕ ਜਿਹੜੇ ਆ ਉਹ ਪਬਲਿਕ ਸੈਕਟਰ ਦੇ ਵਿੱਚ ਹੋਣ ਕਰਕੇ ਬਚੇ ਸੀਗੇ। ਔਰ ਹੁਣ ਜਿਹੜੀਆਂ ਕੋਲੇ ਦੀਆਂ ਖਾਣਾ ਆ ਉਹ ਕਾਰਪੋਰੇਟ ਜਗਤ ਨੂੰ ਦੇ ਕੇ ਤੇ ਹੁਣ ਲੋਕਾਂ ਦੇ ਉੱਤੇ ਮੁਸੀਬਤਾਂ ਦਾ ਪਹਾੜ ਲੱਦਣ ਵਾਲੀ ਗੱਲ ਹੈਗੀ ਆ। ਔਰ ਲੋਕ ਭਲੀ ਭਾਂਤ ਸਮਝਦੇ ਆ ਭਈ ਜਿਹੜਾ ਪਬਲਿਕ ਸੈਕਟਰ ਹੈਗਾ ਇਹਦੇ ਵਿੱਚ ਜੇ ਕੋਈ ਨੁਕਸ ਆ ਤਾਂ ਉਹਨੂੰ ਦੂਰ ਕਰਨ ਦੀ ਗੱਲ ਹੈਗੀ ਆ, ਪਰੰਤੂ ਮੋਟੇ ਤੌਰ ਤੇ ਇਹ ਲੋਕਾਂ ਦੀ ਸੇਵਾ ਵਾਲਾ ਸੈਕਟਰ ਆ। ਔਰ ਇਹ ਸਾਬਤ ਹੋ ਗਿਆ ਭਈ ਅਦਾਨੀ ਜਿਹੜਾ ਹੈਗਾ ਉਹਨੇ ਇਸ ਪ੍ਰਾਈਵੇਟ, ਕਿਉਂਕਿ ਪ੍ਰਾਈਵੇਟ ਸੈਕਟਰ ਨੇ ਤਾਂ ਮੁਨਾਫਾ ਦੇਖਣਾ ਆ, ਉਹਨੇ ਕੋਈ ਸੇਵਾ ਨਹੀਂ ਦੇਖਣੀ ਹੈਗੀ। ਸੋ ਇਹ ਬੜੀ ਮੰਦਭਾਗੀ ਗੱਲ ਆ ਜੀ ਕਿ ਸਾਰੀਆਂ ਕੋਲਾ ਖਾਣਾ ਜਿਹੜੀਆਂ ਉਹ ਅਦਾਨੀਆਂ ਨੂੰ ਦੇ ਦਿੱਤੀਆਂ ਗਈਆਂ, ਅਬਾਨੀਆਂ ਨੂੰ ਦੇ ਦਿੱਤੀਆਂ ਗਈਆਂ, ਤੇ ਹੁਣ ਸਾਰਾ ਭਾਰਤ ਜਿਹੜਾ ਹੈਗਾ ਉਹ ਹਨੇਰੇ ਦੀ ਗ੍ਰਿਫਤ ਵੱਲ ਨੂੰ ਵਧਣ ਵਾਲਾ ਹੈ। ਜਿਹੜਾ ਪੰਜਾਬ ਹੈ ਜੀ, ਪੰਜਾਬ 'ਚ ਭਾਵੇਂ ਮੰਨ ਲਿਆ ਜਾਵੇ ਕਿ ਹੁਣ ਝੋਨੇ ਦਾ ਸੀਜ਼ਨ ਲਗਭਗ ਫਿਨਿਸ਼ ਹੋ ਗਿਆ ਤੇ ਇੰਨੀ ਬਿਜਲੀ ਦੀ ਜ਼ਰੂਰਤ ਨਹੀਂ ਆ, ਪਰ ਹਾਲਾਤ ਇਦਾਂ ਦੇ ਬਣੇ ਹੋਏ ਆ ਕਿ 1.5 ਦਿਨ ਦਾ ਜਿਹੜੇ ਪ੍ਰਾਈਵੇਟ ਪਲਾਂਟ ਨੇ, ਜਿਨ੍ਹਾਂ ਨਾਲ ਐਗਰੀਮੈਂਟ ਹੈ ਬਿਜਲੀ ਦਾ, ਉਹਨਾਂ ਕੋਲ ਸਿਰਫ 1.5 ਦਿਨ ਦਾ ਕੋਲਾ ਬਾਕੀ ਬਚਿਆ ਜੀ। ਤੇ ਜਿਹੜੇ ਸਰਕਾਰੀ ਹੈਗੇ ਨੇ ਥਰਮਲ ਪਲਾਂਟ 1-2, ਉਹਨਾਂ ਕੋਲ 4 ਦਿਨ ਦਾ ਸਟਾਕ ਬਾਕੀ ਆ। ਸ਼ਨੀਚਰਵਾਰ ਜਿਹੜਾ ਲੰਘਿਆ ਉਸ ਦਿਨ ਉਹਨਾਂ ਨੂੰ 22 ਰੈਕ ਚਾਹੀਦੇ ਸੀ ਕੋਲੇ ਦੇ, ਜਿਨ੍ਹਾਂ ਚੋਂ ਸਿਰਫ 11 ਮਿਲੇ ਆ। ਤੇ ਕਿਹਾ ਜਾ ਰਿਹਾ ਵੀ ਜਿਹੜਾ ਕੋਲਾ ਮਿਲ ਰਿਹਾ ਆ ਉਹ ਵੀ ਇੰਨਾ ਘਟੀਆ ਆ ਕਿ ਉਹਦੀ ਸਮਰੱਥਾ ਜਿਹੜੀ ਆ, ਜਿਹੜਾ ਅਸਲ ਕੋਲਾ ਠੀਕ ਠਾਕ ਹੁੰਦਾ ਉਹਦੋਂ 50% ਹੈ। ਯਾਨੀ ਕਿ ਕੋਲੇ ਦੇ ਰੈਕ ਭਾਵੇਂ ਬਰਾਬਰ ਵੀ ਆ ਜਾਣ ਪਰ ਉਹ ਅੱਧੇ ਦੇ ਬਰਾਬਰ ਜਿਹੜੇ ਆ ਉਹ ਕੰਮ ਕਰ ਰਿਹਾ। ਹਾਲਾਤ ਇੰਨੇ ਮਾੜੇ ਆ ਕਿ ਕੋਲੇ ਦੀ ਕੁਆਲਿਟੀ ਵੀ ਘਟੀਆ ਜਿਹੜੀ ਆ ਉਹ ਸਪਲਾਈ ਕੀਤੀ ਜਾ ਰਹੀ ਆ। ਪ੍ਰਾਈਵੇਟੇਸ਼ਨ ਹੋਣ ਦਾ ਇਹ ਫਾਇਦਾ ਹੋ ਰਿਹਾ ਵਾ ਕਿ ਹਰ ਪਾਸੇ ਹੀ ਅੰਨੀ ਲੁੱਟ ਜਿਹੜੀ ਆ ਉਹ ਮੱਚੀ ਹੋਈ ਆ। ਔਰ ਦੂਜੇ ਪਾਸੇ
ਅਡਾਨੀ ਰਾਂ ਨੇ ਜਾ ਕੇ ਆਸਟ੍ਰੇਲੀਆ 'ਚ ਕੋਲੇ ਦੀਆਂ ਖਾਣਾਂ ਲਈਆਂ, ਉੱਥੇ ਵੀ ਉਹਨਾਂ ਦਾ ਵਿਰੋਧ ਹੋ ਰਿਹਾ ਕਿ এনवायरमेंट ਨੂੰ ਬੜਾ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਤੇ ਹੁਣ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਆਸਟ੍ਰੇਲੀਆ ਦਾ ਕੋਲਾ ਜਿਹੜਾ ਅਜੇ ਵੀ ਭਾਰਤ ਜਿਹੜਾ ਦੁਨੀਆ ਦਾ 2 ਨੰਬਰ ਦਾ ਕੋਲੇ ਨੂੰ ਆਜ਼ਾਦ ਕਰਨ ਵਾਲਾ ਮੁਲਕ ਹੈ, ਮਤਲਬ ਉਹਨੂੰ ਇੰਪੋਰਟ ਕਰਦਾ ਆ। ਇੰਨੀ ਜ਼ਿਆਦਾ ਖਪਤ ਹੈ ਭਾਰਤ ਦੀ, ਕਿਉਂਕਿ 70% ਬਿਜਲੀ ਕੋਲੇ ਤੋਂ ਬਣਦੀ ਆ। ਜਿਹੜੇ ਬਦਲਵੇਂ ਪ੍ਰਬੰਧ ਆ ਉਹ ਸਰਕਾਰਾਂ ਨੇ ਨਹੀਂ ਕੀਤੇ। ਬਹੁਤ ਸਾਰੇ ਭਾਵੇਂ ਮਹਿੰਗੇ ਕਹਿ ਜਾਂਦੇ ਹਾਈਡਰੋ ਪ੍ਰੋਜੈਕਟ ਲੱਗ ਸਕਦੇ ਸੀਗੇ, ਅਲਟਰਨੇਟਿਵ ਰਿਸੋਰਸਿਸ ਬਹੁਤ ਜ਼ਿਆਦਾ ਨੇ ਮੁਲਕਾਂ ਦੇ ਵਿੱਚ, ਤੇ ਉਹ ਨਹੀਂ ਭਾਰਤ ਨੇ ਆਪਣਾ ਵੇਲਾ ਸੰਭਾਲਿਆ ਤੇ ਹੁਣ ਇਸ ਸੰਕਟ ਦਾ ਸਾਹਮਣਾ ਅਸੀਂ ਕਰ ਰਹੇ ਹਾਂ। ਇਹ ਬਿਲਕੁਲ ਸਹੀ ਗੱਲ ਹੈ ਜੀ ਕਿ ਜਦੋਂ ਤੁਸੀਂ ਲੋਕਾਂ ਦੇ ਵਿਰੋਧੀ ਜਿਹੜਾ ਕਾਰਪੋਰੇਟ ਜਗਤ ਆ ਉਹਦੇ ਕੋਲ ਵਿਕਣਾ ਆ ਤੇ ਉਹਨੂੰ ਆਪਣਾ ਪਬਲਿਕ ਸੈਕਟਰ ਵੇਚਣਾ ਆ, ਤਾਂ ਫਿਰ ਇਸ ਕਿਸਮ ਦੀਆਂ ਗੱਲਾਂ ਹੋਣੀਆਂ ਜਿਹੜੀਆਂ ਉਹ ਕੁਦਰਤੀ ਆ। ਔਰ ਇਹਦੇ ਵਿੱਚ ਅਲਟੀਮੇਟਲੀ ਨੁਕਸਾਨ ਕੌਣ ਉਠਾਉਂਦਾ ਆ? ਆਮ ਆਦਮੀ ਉਠਾਉਂਦਾ ਆ। ਹੁਣ ਜਦੋਂ ਬਿਜਲੀ ਦਾ ਸੰਕਟ ਆਏਗਾ ਤੇ ਦੇਸ਼ ਵਿੱਚ ਹਨੇਰਾ ਛਾਏਗਾ ਤਾਂ ਸਾਰੇ ਦੀ ਸਾਰੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਰੁਕ ਕੇ ਰਹਿ ਜਾਏਗੀ। ਔਰ ਜਿਹੜਾ ਕਾਰਪੋਰੇਟ ਸੈਕਟਰ ਨੂੰ ਰਿਆਇਤ ਦਿੱਤੀ ਗਈ ਆ, ਉਹਨਾਂ ਨੂੰ ਖਾਣਾ ਵੇਚ ਦਿੱਤੀਆਂ ਗਈਆਂ, ਉਹਦਾ ਨਤੀਜਾ ਜਿਹੜਾ ਉਹ ਸਾਹਮਣੇ ਆ ਜਾਏਗਾ। ਬਿਲਕੁਲ। ਅੱਛਾ, ਆਪਣੇ ਥੋੜੀ ਜਿਹੀ ਗੱਲ ਆਪਾਂ ਪੰਜਾਬ ਦੇ ਸਿਆਸੀ ਲੀਡਰਾਂ ਦੀ ਹੋਰ ਕਰ ਲਈਏ ਤੁਹਾਡੇ ਜਾਣ ਤੋਂ ਪਹਿਲਾਂ। ਉਹ ਇਹ ਆ ਕਿ ਜਿਹੜਾ ਪੰਜਾਬ ਕਾਂਗਰਸ ਦਾ ਸੰਕਟ ਹੈ ਉਹ ਲਗਾਤਾਰ ਬਣਿਆ ਰਿਹਾ ਆ। ਹਾਲਾਤ ਇਹ ਬਣੇ ਰਹੇ ਪਿਛਲਾ 1 ਹਫ਼ਤਾ ਪਰ ਵੀ ਸਿੱਧੂ ਸਾਹਿਬ ਪਤਾ ਨਹੀਂ ਪਾਰਟੀ ਦੇ ਪ੍ਰਧਾਨ ਹੈਗੇ ਆ ਕਿ ਨਹੀਂ ਹੈਗੇ। ਤੇ ਇੱਕ ਪਾਸੇ ਕੇਜਰੀਵਾਲ ਰੀ ਅੱਜ ਸਾਰਾ ਦਿਨ ਪੰਜਾਬ ਵਿੱਚ ਸੀਗੇ, ਉਹ ਜਲੰਧਰ ਦੇ ਦੇਵੀ ਤਲਾਬ ਮੰਦਿਰ 'ਚ ਵੀ ਪੂਜਾ ਪਾਜਾ ਕਰ ਆਏ ਆ। ਔਰ ਉਹਨਾਂ ਦੀ ਆਮਦ ਦੇ ਉੱਤੇ ਬੜੀ ਤਰ੍ਹਾਂ ਦੀਆਂ ਜਿਹੜੀਆਂ ਚਰਚਾ ਚੱਲ ਰਹੀਆਂ ਸੀ, ਸਾਡਾ ਮੀਡੀਆ ਵੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰ ਦਿੰਦਾ। ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਕੋਈ ਇਸ ਤਰ੍ਹਾਂ ਦੀ ਵੱਡੀ ਕੋਈ ਖਬਰ ਆਉਣ ਵਾਲੀ ਆ ਕਿ ਸ਼ਾਇਦ ਕੁਝ ਲੋਕਾਂ ਦਾ ਤਾਂ ਇੱਥੋਂ ਦਾ ਸੰਕੇਤ ਸੀਗਾ ਕਿ ਸਿੱਧੂ ਆਪਣੀ ਪਾਰਟੀ 'ਚੋਂ ਪੂਰੀ ਤਰ੍ਹਾਂ ਬਦਜਨ ਹੋ ਚੁੱਕਾ ਹੈ ਤੇ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦਾ ਤੇ ਕੇਜਰੀਵਾਲ ਆ ਕੇ ਉਹਨਾਂ ਨੂੰ ਪੰਜਾਬ ਦਾ ਆਉਣ ਵਾਲਾ CM ਡਿਕਲੇਅਰ ਕਰ ਸਕਦੇ ਆ। ਪਰ ਐਨ ਮੌਕੇ 'ਤੇ ਕਾਂਗਰਸ ਦੀ ਹਾਈ ਕਮਾਂਡ ਨੇ ਮੌਕਾ ਸੰਭਾਲ ਲਿਆ ਤੇ ਉਹਨਾਂ ਨੂੰ ਦਿੱਲੀ ਸੱਦ ਲਿਆ ਤੇ ਵੀਨੂ ਗੋਪਾਲ ਦੇ ਜਿਹੜੇ ਆ ਉਹ ਉਹਨਾਂ ਦਾ ਇੱਕ ਰੱਦ ਕਰ ਦਿੱਤਾ ਅਸਤੀਫਾ, ਤੇ ਦੂਸਰਾ ਉਹਨਾਂ ਨੂੰ ਕੋਈ ਸਿਆਸੀ ਅਗਵਾਈ ਦੇਣ ਲਈ, ਟਿਪਸ ਦੇਣ ਲਈ ਦਿੱਲੀ ਬੁਲਾਇਆ ਵੀ ਤੁਹਾਨੂੰ ਹੁਣ ਕੀ ਕਰਨਾ ਚਾਹੀਦਾ, ਜਿਹੜਾ ਥੋੜ੍ਹਾ ਜਿਹਾ ਸਮਾਂ ਬਚਿਆ ਉਹਦੇ ਲਈ। ਸੋ ਤੁਸੀਂ ਕਿੱਦਾਂ ਵੇਖ ਰਹੇ ਹੋ ਸਾਰੇ ਕੁਝ ਨੂੰ ਕਿ ਸਿੱਧੂ ਸਾਹਿਬ ਦੀ ਕੈਪਟਨ ਸਾਹਿਬ ਨਾਲ ਜੰਗ ਲੱਗੀ ਹੋਈ ਸੀ, ਹੁਣ ਜਿਹੜੀ ਮੌਜੂਦਾ ਸਰਕਾਰ ਬਣੀ ਆ ਉਹਨਾਂ ਨਾਲ ਵੀ ਉਹਨਾਂ ਦੀ ਬਣ ਨਹੀਂ ਰਹੀ, ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਵੱਡੇ ਮੁੱਦੇ ਖੜੇ ਕੀਤੇ ਸੀ ਸਿੱਧੂ ਸਾਹਿਬ ਨੇ ਉਹ ਕਿਤੇ ਦੂਰ ਰਹਿ ਗਏ ਲੱਗਦੇ ਆ। ਤੇ ਚੰਨੀ ਸਾਹਿਬ ਜਿਹੜੀ ਸਿਆਸਤ ਕਰ ਰਹੇ ਉਹ ਵੀ ਆਪਣਾ ਪੱਕਾ ਪੈਰ ਧਰਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਰੈਤਾਂ ਵਾਲੀ ਰਾਜਨੀਤੀ ਕਰ ਰਹੇ ਆ। ਇਹ ਦਿਖਣਾ ਚਾਹ ਰਹੇ ਆ ਕਿ ਮੈਂ ਇੱਕ ਸਧਾਰਨ ਵਿਅਕਤੀ ਹਾਂ ਤੇ ਸਧਾਰਨ ਵਿਅਕਤੀਆਂ ਵਾਂਗ ਵਿਚਰਾਂਗਾ, ਮੈਂ ਆਪਣਾ ਇਮੇਜ ਬਣਾਉਣ ਦੀ ਉਹ ਕੋਸ਼ਿਸ਼ ਕਰ ਰਹੇ ਜਾਨੀ ਕਿ। ਤੇ ਜਿਹੜੀ ਚੀਜ਼ ਜਿਹੜੀ ਆ ਨਾ ਸਿੱਧੂ ਸਾਹਿਬ ਨੂੰ ਗਵਾਰਾ ਆ, ਨਾ ਸੁਖਜਿੰਦਰ ਰੰਧਾਵਾ ਨੂੰ ਗਵਾਰਾ ਆ, ਤੇ ਨਾ ਹੀ ਕਿਸੇ ਹੋਰ ਨੂੰ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਚਰਨਜੀਤ ਚੰਨੀ 22 ਦੇ ਵਿੱਚ ਵੀ CM ਬਣ ਜਾਣ ਜਿਹੜੀ ਲੀਡਰ ਨੇ। ਲੋਕ ਹੀ ਚਾਹੁੰਦੇ, ਇਹ ਗੱਲ ਵੱਖਰੀ ਆ। ਸੋ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਆ ਕਾਂਗਰਸ ਪਾਰਟੀ ਦੇ, ਉਹਨਾਂ ਦਾ ਸੰਕਟ ਕਿਤੇ ਸੰਭਲਦਾ ਨਹੀਂ ਦਿਖਦਾ। ਤੁਸੀਂ ਬਿਲਕੁਲ ਸਹੀ ਕਿਹਾ ਜੀ ਕਿ ਜਦੋਂ ਸਿੱਧੂ ਨੂੰ ਪ੍ਰਧਾਨ ਬਣਾਇਆ ਸੀਗਾ ਪ੍ਰਦੇਸ਼ ਕਾਂਗਰਸ ਕਮੇਟੀ ਦਾ, ਤਾਂ ਉਦੋਂ ਇਦਾਂ ਲੱਗਦਾ ਸੀਗਾ ਕਿ ਇਹ ਹੁਣ ਜਿਹੜਾ ਨਾ ਜੀ ਪਾਰਟੀ ਤੇ ਸਰਕਾਰ ਰਲ ਕੇ ਚੱਲਣਗੇ। ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੈਂ ਜੀ 15 ਸੈਕਟਰ 'ਚ ਜਿਹੜਾ ਪ੍ਰਦੇਸ਼ ਕਾਂਗਰਸ ਦਾ ਦਫ਼ਤਰ ਆ ਉਹਦੇ ਤੋਂ ਵਰਕ ਕਰਾਂਗਾ, ਨਾਲ ਦੀ ਨਾਲ ਮੰਤਰੀ ਜਿਹੜੇ ਆ ਉਹ ਉੱਥੇ ਹਾਜ਼ਰ ਹੋਇਆ ਕਰਨਗੇ, ਲੋਕਾਂ ਦਾ ਦਰਬਾਰ ਲੱਗਿਆ ਕਰੇਗਾ। ਉਹ ਅਜੇ ਗੱਲਾਂ ਜਿਹੜੀਆਂ ਉਹ ਕੀਤੀਆਂ ਹੀ ਸੀਗੀਆਂ ਤੇ ਨਾਲ ਦੀ ਨਾਲ ਹੀ ਮੁੜ ਕੇ ਰੌਲਾ ਰੱਪਾ ਪੈ ਗਿਆ ਵੀ ਜਿਹੜੀ ਸਿੱਧੂ ਦੇ ਸ਼ਾਇਦ ਮਨ 'ਚ ਸੀਗਾ ਵੀ ਮੈਂ ਚੰਨੀ ਨੂੰ ਆਪਣੇ ਹਿਸਾਬ ਨਾਲ ਚਲਾਵਾਂਗਾ, ਤੇ ਚੰਨੀ ਕਿਉਂਕਿ ਮੁੱਖ ਮੰਤਰੀ ਸੀਗੇ ਬਣੇ ਤੇ ਉਹ ਉਹਦੇ ਹਿਸਾਬ ਨਾਲ ਕਿੱਦਾਂ ਚੱਲ ਸਕਦੇ ਸੀਗੇ। ਤੇ ਨਾਲੇ ਦੂਜੇ ਜਿਹੜੇ ਮੰਤਰੀ ਆ ਉਹ ਵੀ ਸਲਾਹ ਦਿੰਦੇ ਹੋਣਗੇ ਵੀ ਇਹ ਕੌਣ ਹੈ ਤੈਨੂੰ ਸਲਾਹਾਂ ਦੇਣ ਵਾਲਾ, ਅਸੀਂ ਤੈਨੂੰ ਸਲਾਹ ਦੇ ਦਿਆ ਕਰਾਂਗੇ। ਸੋ ਇਦਾਂ ਕਰਕੇ ਜੀ ਜਿਹੜੀ ਉਮੀਦ ਬੱਝੀ ਸੀਗੀ ਨਾ, ਜਿਹੜਾ ਕਾਂਗਰਸ ਦਾ ਗ੍ਰਾਫ ਉੱਪਰ ਗਿਆ ਸੀਗਾ, ਉਹ ਸਾਰੇ ਦਾ ਸਾਰਾ ਮੁੜ ਕੇ ਥੱਲੇ ਆ ਗਿਆ। ਉਹਦਾ ਕਾਰਨ ਇਹ ਆ ਕਿ ਇਹ ਇੱਕ ਤਾਂ ਮੈਂ ਮਹਿਸੂਸ ਕਰਦਾ ਵੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਨਾ, ਉਹ ਕਾਂਗਰਸ ਦੀ ਕੋਈ ਕੈਪੇਬਲ ਲੀਡਰਸ਼ਿਪ ਨਹੀਂ ਹੈ। ਉਹਨਾਂ ਦਾ ਜਿਹੜਾ ਤਜਰਬਾ ਹੈਗਾ, ਉਹਨਾਂ ਦੀ ਜਿਹੜੀ ਉਮਰ ਹੈਗੀ ਆ, ਉਹਨਾਂ ਦਾ ਜਿਹੜਾ ਸਟੇਟਸ ਹੈਗਾ, ਉਹ ਕੋਈ ਗਾਈਡ ਕਰਨ ਵਾਲਾ ਨਹੀਂਗਾ। ਮੈਂ ਮਹਿਸੂਸ ਕਰਦਾ ਵੀ
ਇਹ ਭਾਵੇਂ ਅਮਰਿੰਦਰ ਸਿੰਘ ਸੀਗੇ ਜਾਂ ਸਿੱਧੂ ਆ, ਇਹ ਉਹਨਾਂ ਨੂੰ ਲੀਡਰ ਮੰਨਦੇ ਹੀ ਨਹੀਂਗੇ, ਕਿਉਂਕਿ ਅਮਰਿੰਦਰ ਸਿੰਘ ਤਾਂ ਸ਼ਰੇਆਮ ਹੀ ਕਹਿੰਦੇ ਸੀਗੇ ਬਈ ਰਾਹੁਲ ਤਾਂ ਬੱਚਾ ਹੈ, ਉਹਨੂੰ ਕੀ ਪਤਾ ਹੈਗਾ, ਮਤਲਬ ਕਿਉਂਕਿ ਉਹਦੀ ਮਦਰ ਤੇ ਉਹਦੇ ਯਾਨੀ ਰਾਜੀਵ ਗਾਂਧੀ ਨਾਲ ਤੇ ਸੋਨੀਆ ਗਾਂਧੀ ਨਾਲ ਆਪਣੇ ਅਮਰਿੰਦਰ ਸਿੰਘ ਹੁਣਾਂ ਦੇ ਸਬੰਧ ਸੀਗੇ, ਉਹਨਾਂ ਦੇ ਕੰਟੈਂਪਰੇਰੀ ਸੀਗੇ, ਉਹ ਤੇ ਉਹਨਾਂ ਨੂੰ ਬੱਚਿਆਂ ਵਾਂਗੂ ਸਮਝਦੇ ਸੀਗੇ, ਤੇ ਰਾਹੁਲ ਨੂੰ ਤੇ ਪ੍ਰਿਯੰਕਾ ਨੂੰ ਉਹਨਾਂ ਨੇ ਕੀ ਸਮਝਣਾ। ਸੋ ਮੈਂ ਸਮਝਣਾ ਵੀ ਇਹ ਆਪ ਮੁਹਾਰਾ ਜਿਹੜਾ ਨਾ ਜੀ ਮਹਾਨ ਪ੍ਰਦੇਸ਼ ਕਾਂਗਰਸ ਲੀਡਰਸ਼ਿਪ ਦਾ ਹੋ ਗਿਆ ਆ, ਔਰ ਇਹ ਆਪਣੇ ਮਫਾਦਾਂ ਲਈ ਜੋ ਕੁਝ ਕਰ ਰਹੇ ਆ ਉਹ ਪਾਰਟੀ ਦਾ ਬਹੁਤ ਨੁਕਸਾਨ ਕਰ ਰਹੇ ਆ, ਔਰ ਪਾਰਟੀ ਦੇ ਨਾਲ ਨੁਕਸਾਨ ਜਿਹੜਾ ਉਹ ਦੇਸ਼ ਦੇ ਆਪਣੇ ਪ੍ਰਦੇਸ਼ ਦੇ ਲੋਕਾਂ ਦਾ ਵੀ ਹੁੰਦਾ ਆ। ਔਰ ਇਹ ਬਿਲਕੁਲ ਠੀਕ ਹੈ ਗੱਲ ਤੁਹਾਡੀ ਬਈ ਇਹ ਕਿਆਸਰਾਈਆਂ ਲੱਗਣੀਆਂ ਕੁਦਰਤੀ ਆ, ਵੀ ਜੇ ਨਵਜੋਤ ਸਿੱਧੂ ਨੂੰ ਕੋਈ ਪਾਰਟੀ ਦੇ ਵਿੱਚ ਇੱਜ਼ਤ ਮਾਣ ਇਸ ਤਰੀਕੇ ਨਾਲ ਨਹੀਂ ਦਿੱਤਾ ਜਾਂਦਾ, ਜਾਂ ਜਿੱਦਾਂ ਉਹ ਕੋਈ ਤਸੱਲੀ ਉਹਨਾਂ ਦੀ ਨਹੀਂ ਹੁੰਦੀ, ਤਾਂ ਉਹਨਾਂ ਦੇ ਡੋਰੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਵਾਲੇ ਵੀ ਉਹਨਾਂ ਤੇ ਪਾ ਸਕਦੇ ਆ, ਜਿਹੜੇ ਕਿ ਤੁਸੀਂ ਦੱਸਿਆ ਪਾਏ ਆ। ਤੇ ਹੁਣ ਉਹਨਾਂ ਨੂੰ ਦਿੱਲੀ ਸੱਦ ਲਿਆ, ਤੇ ਆਮ ਆਦਮੀ ਪਾਰਟੀ ਦਾ ਵੀ ਹਾਲ ਦੇਖੋ ਕੀ ਆ, ਵੀ ਉਹ 5 ਸਾਲਾਂ ਦੇ ਵਿੱਚ 5 ਕੀ ਸਗੋਂ 7 ਸਾਲਾਂ 'ਚ 2014 ਤੋਂ ਲੈ ਕੇ ਹੁਣ ਤੱਕ ਉਹ ਕੋਈ ਨਾ ਟੀਮ ਬਣਾ ਸਕਿਆ ਨਾ ਲੀਡਰਸ਼ਿਪ ਬਣਾ ਸਕਿਆ। ਸੋ ਇਹ ਜਿਹੜੀ ਡਾਵਾਂਡੋਲ ਸਥਿਤੀ ਹੈਗੀ ਆ, ਇਹ ਪੰਜਾਬ ਦੇ ਲੋਕਾਂ ਲਈ ਕੋਈ ਲਾਹੇਵੰਦ ਨਹੀਂ ਹੈ, ਤੇ ਜਿਹੜੀ ਕਾਂਗਰਸ ਪਾਰਟੀ ਦਾ ਕਾਟੋ ਕਲੇਸ਼ ਹੈਗਾ ਇਹ ਬਿਲਕੁਲ ਹੀ ਪਾਰਟੀ ਲਈ ਨੁਕਸਾਨਦੇਹ ਆ, ਤੇ ਭਾਵੇਂ ਇਹ ਕਿਸੇ ਹੋਰ ਪਾਰਟੀ 'ਚ ਚਲ ਜਾਣ ਜਾਂ ਪਾਰਟੀ 'ਚ ਰਹਿਣ, ਇਹ ਪਾਰਟੀ ਦਾ ਨੁਕਸਾਨ ਹੀ ਨੁਕਸਾਨ ਕਰ ਰਹੇ ਹੈਗੇ ਜੀ। ਆਵਾਜ਼ ਨਹੀਂ ਆ ਰਹੀ। ਕਾਲੂ ਸਾਹਿਬ, ਜਿਹੜਾ ਡੇਰਾ ਮੁਖੀ ਆ ਉਹਦੇ ਕੇਸ ਦਾ ਫੈਸਲਾ ਹੋਣ ਵਾਲਾ ਸੀਗਾ। ਰਣਜੀਤ ਸਿੰਘ ਜਿਹੜਾ ਉਹਨਾਂ ਦੇ ਡੇਰੇ ਦਾ ਮੈਨੇਜਰ ਸੀ, ਉਹਦੇ ਕਤਲ ਦਾ ਕੇਸ ਸੀ ਉਹਨਾਂ ਦੇ ਉੱਤੇ, ਪਹਿਲਾਂ ਹੀ ਉਹ ਸਜ਼ਾ ਭੁਗਤ ਰਹੇ ਆ, ਤੇ ਅੱਜ ਫੈਸਲਾ ਹੋਣਾ ਸੀ, ਪਰ ਉਹ 18 ਤਰੀਕ ਤੱਕ ਮੁਲਤਵੀ ਕਰ ਦਿੱਤਾ ਗਿਆ। ਉਹਨਾਂ ਨੂੰ ਦੋਸ਼ੀ ਤੇ ਕਰਾਰ ਦੇ ਦਿੱਤਾ ਗਿਆ। ਕਹਿੰਦੇ ਆ ਕਿ ਉਹਨਾਂ ਦੇ ਵਕੀਲ ਨੇ ਇੱਕ 20 ਸਫ਼ਿਆਂ ਦੀ ਚਿੱਠੀ ਲਿਖੀ ਆ, ਜੱਜਾਂ ਨੂੰ ਕਿਹਾ ਆ ਕਿ ਤੁਸੀਂ ਫੈਸਲਾ ਸੁਣਾਉਣ ਵੇਲੇ ਥੋੜ੍ਹੀ ਜਿਹੀ ਨਰਮਾਈ ਵਰਤੋ, ਕਿਉਂਕਿ ਇਸ ਵਿਅਕਤੀ ਨੇ ਬੜੇ ਪੁੰਨ ਦੇ ਕੰਮ ਕੀਤੇ ਹੋਏ ਆ ਪਹਿਲਾਂ। ਜੇ ਕੋਈ ਗਲਤੀਆਂ ਵੀ ਕੀਤੀਆਂ ਤੇ ਉਹਨਾਂ ਨੂੰ ਥੋੜ੍ਹਾ ਸੌਫਟ ਤਰੀਕੇ ਨਾਲ ਲੈ ਲਿਆ ਜਾਵੇ, ਕਿਉਂਕਿ ਇਹਨਾਂ ਨੇ ਬੜੇ ਦਾਨ ਪੁੰਨ ਵਾਲੇ ਤੇ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਹੋਏ ਆ। ਤੇ ਹੁਣ 18 ਤਰੀਕ ਨੂੰ ਪਤਾ ਨਹੀਂ ਬਣਦਾ ਕੀ ਆ, ਪਰ ਜਿਹੜੇ ਦਾਨ ਪੁੰਨ ਦੇ ਕੰਮ ਉਹਨਾਂ ਕੀਤੇ ਹੋਏ ਆ ਉਹ ਸਾਰੀ ਦੁਨੀਆ ਜਾਣਦੀ ਆ ਵੀ ਕਿੰਨੇ ਕੁ ਉਹਨਾਂ ਦਾਨ ਪੁੰਨ ਕੀਤੇ ਆ, ਤੇ ਕਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਦੀਆਂ ਜ਼ਮੀਨਾਂ ਹੜੱਪੀਆਂ, ਲੋਕਾਂ ਦੀਆਂ ਜਾਇਦਾਦਾਂ ਨੂੰ ਆਪਣੇ ਕਬਜ਼ੇ 'ਚ ਕੀਤਾ, ਲੋਕਾਂ ਦੀਆਂ ਇੱਜ਼ਤਾਂ ਲੁੱਟੀਆਂ, ਕਿਸ ਤਰੀਕੇ ਨਾਲ ਉਹਨਾਂ ਨੇ ਇੱਥੋਂ ਤੱਕ ਕਿ ਡੇਰੇ ਦੀ ਜਿਹੜੀ ਕਮਾਨ ਵੀ ਸੰਭਾਲੀ ਆ, ਉਹ ਕਿੱਦਾਂ ਟੈਰਰਿਸਟ ਗਰੁੱਪਾਂ ਦੀ ਮਦਦ ਨਾਲ ਉੱਤੇ ਕਬਜ਼ਾ ਕੀਤਾ ਹੋਇਆ ਸੀਗਾ। ਤੇ ਬੀਜੇਪੀ ਵਰਗੀਆਂ ਪਾਰਟੀਆਂ ਉਹਨੂੰ ਵਰਤਦੀਆਂ ਰਹੀਆਂ ਨੇ। ਹੁਣ ਵਰਤਣ ਤੋਂ ਬਾਅਦ ਉਹਨੂੰ ਜਿਹੜਾ ਹਾਸ਼ੀਏ ਤੇ ਕਰ ਦਿੱਤਾ ਗਿਆ। ਕੋਸ਼ਿਸ਼ ਤੇ ਅਜੇ ਵੀ ਜਾਰੀ ਸੀ ਖੱਟੜ ਸਾਹਿਬ ਦੀ ਕਿ ਉਸ ਵਿਅਕਤੀ ਦੀ ਕਿਸ ਤਰ੍ਹਾਂ ਪੁਸ਼ਤਪਨਾਹੀ ਕਰਕੇ ਉਹਨੂੰ ਬਾਹਰ ਕੱਢ ਲਿਆ ਜਾਵੇ, ਪਰ ਕਦੀ ਬੇਵੱਸ ਹੋ ਜਾਂਦੀਆਂ ਸਰਕਾਰਾਂ, ਜਿੱਦਾਂ ਆਸਾਰਾਮ ਦੇ ਕੇਸ 'ਚ ਹੋਈ ਸੀ ਇਹੋ ਹੀ ਬੀਜੇਪੀ, ਤੇ ਹੁਣ ਰਾਮ ਰਹੀਮ ਦੇ ਕੇਸ 'ਚ ਵੀ ਉਹਨਾਂ ਨਾਲ ਇੱਦਾਂ ਹੀ ਹੋ ਰਿਹਾ। ਇਹਦੇ ਬਾਰੇ ਤੁਸੀਂ ਕੋਈ ਟਿੱਪਣੀ ਕਰਨੀ ਚਾਹੁੰਦੇ ਹੋ? ਵੇਖੋ ਜੀ, ਇਹ ਜਿਹੜੀ 20 ਸਫ਼ਿਆਂ ਦੀ ਚਿੱਠੀ ਆ, ਪਹਿਲਾਂ ਤਾਂ ਇਹਦੀ ਗੱਲ ਕਰ ਲਈਏ ਵੀ ਇਹਨਾਂ ਨੇ ਲੋਕ ਭਲਾਈ ਦੇ ਬੜੇ ਕੰਮ ਕੀਤੇ ਹੈਗੇ ਆ, ਤੇ ਤੁਸੀਂ ਦੱਸ ਹੀ ਦਿੱਤੇ ਆ ਵੀ ਕਿਹੜੇ ਲੋਕ ਭਲਾਈ ਦੇ ਕੰਮ ਕੀਤੇ ਹੈਗੇ ਆ। ਔਰ ਜਿਹੜੇ ਕਤਲ ਹੈਗੇ ਆ, ਜੇ ਬਹੁਤਿਆਂ ਦੀ ਨਾ ਗੱਲ ਕਰੋ, ਉਹ ਤਾਂ ਤੁਸੀਂ ਰਣਜੀਤ ਸਿੰਘ ਤੇ ਜਿਹੜਾ ਉਹ ਛਤਰਪਤੀ ਸੀਗਾ ਉਹਨਾਂ ਦੀ ਤੁਸੀਂ ਦੇਖੀ ਹੈਗੀ ਆ ਬਈ ਸਾਬਤ ਹੋ ਚੁੱਕਾ ਹੈਗਾ ਕਿ ਵੀ ਇਹ ਕਾਤਲ ਹੈ ਉਹਨਾਂ ਦਾ। ਔਰ ਜਿਹੜੇ ਆਪਣੇ ਕਬਜ਼ੇ ਕੀਤੇ ਆ ਜਾਂ ਡੇਰੇ ਤੇ ਕਬਜ਼ਾ ਕੀਤਾ, ਉਹਨੂੰ ਛੱਡ ਕੇ ਜੋ ਇਹਨੇ ਜਿਸ ਕਿਸਮ ਦਾ ਵਹਿਸ਼ੀਪੁਣਾ ਜਿਹੜਾ ਹੈਗਾ ਉਹ ਉੱਥੇ ਕੀਤਾ ਆ, ਉਹ ਵੀ ਲੋਕਾਂ ਦੇ ਸਾਹਮਣੇ ਆ। ਸੋ ਉਹਨੂੰ ਜੀ ਜਿਹੜੇ ਕਾਨੂੰਨੀ ਮਾਹਰ ਆ ਜਾਂ ਵਕੀਲ ਸੀਗੇ, ਜਦੋਂ ਕਚਹਿਰੀ ਚੋਂ ਬਾਹਰ ਨਿਕਲਿਆ, ਉਹ ਕਹਿੰਦੇ ਵੀ ਜਿਹੜਾ ਪੂਰੀ ਹੋ ਗਈ ਆ ਤੇ ਇਹਨੂੰ ਸਜ਼ਾ ਜਿਹੜੀ ਆ ਉਹ ਹੋਣ ਦੀ ਸੰਭਾਵਨਾ ਆ, ਤੇ ਸਜ਼ਾ ਜਿਹੜੀ ਆ ਉਹ 18 ਤਰੀਕ ਨੂੰ ਸੁਣਾਈ ਜਾਣੀ ਆ ਜੀ, ਤੇ ਉਹ ਕੋਈ ਬਹੁਤੀ ਦੂਰ ਨਹੀਂ ਹੈ। ਸੋ ਉਮੀਦ ਕੀਤੀ ਜਾਂਦੀ ਆ ਵੀ ਜਿਹੜੇ ਜੁਰਮ ਉਹਨੇ ਕੀਤੇ ਆ
ਉਹਨਾਂ ਦੀ ਸਜ਼ਾ ਉਹਨੂੰ ਜਿਹੜਾ ਕਾਨੂੰਨ ਹੈ ਉਹ ਜ਼ਰੂਰ ਦਊਗਾ। ਬਿਲਕੁਲ ਜੀ, ਕਾਨੂੰਨ ਮੁਤਾਬਕ ਸਜ਼ਾ ਉਹਨਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਆ ਔਰ ਅੱਗੇ ਮਿਲੀ ਵੀ ਆ। ਔਰ ਇਹਦੇ ਨਾਲ ਇਹ ਵੀ ਸਾਬਤ ਹੋ ਜਾਂਦਾ ਕਦੀ ਨਾ ਕਦੀ ਕਿ ਚਾਹੇ ਸਰਕਾਰਾਂ ਚਾਹੁਣ ਵੀ ਉਹ ਆਪਣੇ ਬੰਦਿਆਂ ਨੂੰ ਬਹੁਤਾ ਲੰਮਾ ਸਮਾਂ ਨਹੀਂ ਬਚਾ ਸਕਦੀਆਂ, ਆਖਰਕਾਰ ਉਹਨਾਂ ਨੂੰ ਕਾਨੂੰਨ ਦੇ ਸਕੰਜੇ 'ਚ ਫਸਣਾ ਹੀ ਪੈਂਦਾ ਆ। ਅੱਜ ਜਿਹਦੀ ਅਸੀਂ ਮਿਸ਼ਰੇ ਦੀ ਗੱਲ ਕਰ ਰਹੇ ਹਾਂ, ਮੰਤਰੀ ਦੀ ਤੇ ਉਹਦੇ ਬੇਟੇ ਦੀ, ਅੱਜ ਨਹੀਂ ਤੇ ਕੱਲ ਉਹਨਾਂ ਨਾਲ ਵੀ ਉਹ ਅਸਰ ਹੋਣਾ ਹੈ ਜਿਹੜਾ ਦੁਨੀਆ ਦੇਖੇਗੀ ਕਿਸੇ ਨਾ ਕਿਸੇ ਤਰੀਕੇ ਨਾਲ, ਕਾਨੂੰਨੀ ਤੌਰ ਤੇ ਵੀ ਤੇ ਲੋਕ ਰੋਹ ਦੇ ਤਰੀਕੇ 'ਚ ਵੀ। ਅੱਛਾ, ਇੱਕ ਅਫਗਾਨਿਸਤਾਨ ਦੀ ਖਬਰ ਕਰਨੀ ਹੈ ਤੇ ਫਿਰ ਆਪਾਂ ਤੁਹਾਡੇ ਕੋਲ ਛੁੱਟੀ ਲੈਣੀ ਆ। ਤਾਲਿਬਾਨ ਦੇ ਆਉਣ ਤੋਂ ਬਾਅਦ ਉਤਸ਼ਾਹ ਦਿਖਾਇਆ ਸੀ ਸਭ ਤੋਂ ਜ਼ਿਆਦਾ ਇਮਰਾਨ ਖਾਨ ਨੇ, ਤੇ ਇਸ ਵੇਲੇ ਇਮਰਾਨ ਖਾਨ ਦੇ ਗਲੇ ਦੀ ਹੱਡੀ ਬਣਿਆ ਪਿਆ ਤਾਲਿਬਾਨ। ਬੜਾ ਪ੍ਰੈਸ਼ਰ ਹੈ ਉਹਨਾਂ ਤੇ ਕਿ ਕੱਲਾ ਪਾਕਿਸਤਾਨ ਹੀ ਉਹਨੂੰ ਮਾਨਤਾ ਦੇ ਦੇ ਉਹ ਸਰਕਾਰ ਨੂੰ, ਦੁਨੀਆ ਸਾਰੀ ਦੇ ਪੈਰ ਪਛਾਂ ਖਿੱਚ ਲਏ। ਚੀਨ ਤੇ ਰਸ਼ੀਆ ਦਾ ਗਰੁੱਪ ਕਹਿ ਰਹੇ ਸੀ ਪਾਕਿਸਤਾਨ ਨਾਲ ਮਿਲ ਕੇ ਮਾਨਤਾ ਦੇ ਸਕਦਾ, ਬਾਅਦ 'ਚ ਤੁਰਕੀ ਦਾ ਨਾਂ ਆਇਆ, ਸਾਊਦੀ ਅਰੇਬੀਆ ਦਾ ਨਾਂ ਆਇਆ, ਸਾਰੇ ਮੁਸਲਿਮ ਮੁਲਕ ਜਿਹੜੇ ਆ ਉਹ ਵੀ ਉੱਤੋਂ ਪਿੱਛੇ ਹਟ ਗਏ। ਤੇ ਪਾਕਿਸਤਾਨ ਇਸ ਵੇਲੇ ਬਹੁਤ ਫਸਿਆ ਹੋਇਆ। ਦੂਜੇ ਪਾਸੇ ਅਮਰੀਕਾ ਦਾ ਦਬਾਅ ਆ, ਅਮਰੀਕਾ ਨੂੰ ਵੀ ਪਾਕਿਸਤਾਨ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਇੱਦਾਂ ਸਾਨੂੰ ਹੁਣ ਇਕੱਲਿਆਂ ਨਹੀਂ ਛੱਡ ਸਕਦੇ, ਸਾਡੇ ਲਈ ਵੀ ਇੱਕ ਬਹੁਤ ਵੱਡਾ ਖਤਰਾ ਬਣ ਗਿਆ। ਹੁਣ ਆਂਦੇ ਆ ਕਿ ਇਮਰਾਨ ਖਾਨ ਦੇ ਗਲੇ ਦੀ ਹੱਡੀ ਬਣ ਗਏ ਨੇ ਤਾਲਿਬਾਨ, ਤੇ ਪਾਕਿਸਤਾਨ ਜਿਹੜਾ ਆ ਉਹਨੂੰ ਸਭ ਤੋਂ ਵੱਡਾ ਫਿਕਰ ਇਸ ਗੱਲ ਦਾ ਆ। ਦੂਜੇ ਪਾਸੇ ਤੁਹਾਨੂੰ ਯਾਦ ਹੋਣਾ ਕਿ ਇੱਕ ਬਿੱਲ ਅਮਰੀਕਾ ਦੀ ਸੰਸਦ ਵਿੱਚ ਪਿਆ ਆ ਕਿ ਪਾਕਿਸਤਾਨ ਦੇ ਉੱਤੇ ਸੈਂਕਸ਼ਨ ਲਾ ਦਿੱਤੀਆਂ ਜਾਣ, ਉਹਨਾਂ ਨੂੰ ਮਤਲਬ ਜਿਹੜਾ ਖਰਚਾ ਪਾਣੀ ਮਾੜਾ ਮੋਟਾ ਮਿਲਦਾ ਹੈ ਉਹ ਬੰਦ ਕਰਤਾ ਜਾਵੇ ਟੋਟਲੀ, ਤੇ ਉਹਦੇ ਨਾਲ ਸੰਬੰਧ ਤੋੜੇ ਜਾਣ। ਜੇ ਕਿਤੇ ਇਦਾਂ ਹੋ ਜਾਂਦਾ, ਕਿਉਂਕਿ UN ਦੀ ਪਹਿਲੇ ਗ੍ਰੇ ਲਿਸਟ ਪਿਆ ਹੋਇਆ ਪਾਕਿਸਤਾਨ, ਤੇ ਬਹੁਤ ਸਾਰੇ ਮੁਲਕ ਚਾਹ ਰਹੇ ਨੇ ਜਿਨ੍ਹਾਂ 'ਚ ਭਾਰਤ ਲੀਡ ਕਰ ਰਿਹਾ ਕਿ ਉਹਨੂੰ ਬਲੈਕ ਲਿਸਟ ਪਾ ਦਿੱਤਾ ਜਾਵੇ। ਜੇ UN ਉਹਨੂੰ ਬਲੈਕ ਲਿਸਟ ਪਾ ਦਿੰਦਾ ਤੇ ਜਿੰਨੇ ਫਾਈਨੈਂਸ਼ੀਅਲ ਅਦਾਰੇ ਉਹਨੂੰ ਮਾੜਾ ਮੋਟਾ ਲੋਨ ਦਿੰਦੇ ਨੇ, ਵਰਲਡ ਬੈਂਕ ਹੋਇਆ, IFM ਹੋਇਆ ਜਾਂ ਹੋਰ ਵੀ, ਉਹ ਵੀ ਆਪਣੇ ਪੈਰ ਪਛਾਂ ਖਿੱਚ ਲੈਣਗੇ। ਤੇ ਜੇ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਤੇ ਪਾਕਿਸਤਾਨ ਦਾ ਕਲੈਪਸ ਹੋਣਾ ਜਿਹੜਾ ਵਾ ਉਹ ਸਾਹਮਣੇ ਨਜ਼ਰ ਆ ਰਿਹਾ। ਇਹਨਾਂ ਹਾਲਾਤਾਂ 'ਚ ਪਾਕਿਸਤਾਨ ਜਿਹੜਾ ਉਹ ਸਲਾਹਾਂ ਦਿੰਦਾ ਫਿਰਦਾ ਅਮਰੀਕਾ ਨੂੰ ਵੀ ਕਿ ਤੁਸੀਂ ਹੁਣ ਆਓ ਜੀ, ਤੁਸੀਂ ਵਿਚੋਲਗੀ ਕਰੋ, ਤੁਸੀਂ ਕੁਝ ਨਾ ਕੁਝ ਕਰੋ, ਜਦੋਂ ਪਹਿਲਾਂ ਕਹਿ ਰਹੇ ਸੀ ਕਿ ਅਮਰੀਕਾ ਦਾ ਜਾਣਾ ਇੱਥੋਂ ਬਹੁਤ ਚੰਗਾ ਹੈ ਤੇ ਤਾਲਿਬਾਨ ਜਿਹੜੇ ਆ ਉਹ ਆਜ਼ਾਦੀ ਲੈ ਕੇ ਆਏ ਆ ਉੱਥੋਂ ਦੇ ਲੋਕਾਂ ਲਈ। ਹੁਣ ਪਾਕਿਸਤਾਨ ਖੁਦ ਫਸਿਆ ਹੋਇਆ, ਘਿਰਿਆ ਹੋਇਆ ਮਹਿਸੂਸ ਕਰ ਰਿਹਾ। ਪੰਜਾਬੀ ਦਾ ਇੱਕ ਮੁਹਾਵਰਾ ਆ ਜੀ, ਜਿਹੜੀਆਂ ਹੱਥਾਂ ਨਾਲ ਗੰਢਾਂ ਦਿੱਤੀਆਂ ਹੁੰਦੀਆਂ ਨਾ ਉਹ ਮੁੜ ਕੇ ਦੰਦਾਂ ਨਾਲ ਵੀ ਨਹੀਂ ਖੁੱਲਦੀਆਂ। ਸੋ ਇਹ ਜਿਹੜਾ ਨਾ ਇਸ ਕਿਸਮ ਦੀਆਂ ਲਹਿਰਾਂ ਨੂੰ ਸਪੋਰਟ ਕਰਨਾ, ਉਹਨਾਂ ਦੀ ਖੁਸ਼ਨੁਦੀ ਹਾਸਲ ਕਰਨਾ, ਇਹਦਾ ਨਤੀਜਾ ਇਸ ਕਿਸਮ ਦਾ ਨਿਕਲਦਾ ਹੁੰਦਾ ਆ। ਔਰ ਇਹ ਜਿਹੜੇ ਤਾਲਿਬਾਨ ਆ ਉਹਨਾਂ ਨੇ ਵੀ ਕਿਹਾ ਸੀ ਨਾ ਵੀ ਪਾਕਿਸਤਾਨ ਤੇ ਸਾਡਾ ਦੂਜਾ ਘਰ ਆ, ਤੇ ਇਹਦਾ ਮਤਲਬ ਇਹ ਆ ਵੀ ਕਿੰਨੇ ਇਹਨਾਂ ਦੇ ਗਹਿਰੇ ਸੰਬੰਧ ਸੀਗੇ ਔਰ ਇਹ ਕਿਵੇਂ ਉਹਨਾਂ ਨੂੰ ਸਪੋਰਟ ਵੀ ਕਰਦੇ ਰਹੇ ਆ। ਸੋ ਇਸ ਕਰਕੇ ਜੀ ਇਹ ਬੜੀ ਮੰਦਭਾਗੀ ਗੱਲ ਹੈਗੀ ਆ ਔਰ ਦੁਨੀਆ ਲਈ ਬੜੀ ਫਿਕਰ ਵਾਲੀ ਵੀ ਗੱਲ ਹੈਗੀ ਆ ਕਿ ਜੇ ਪਾਕਿਸਤਾਨ ਦੇ ਉੱਤੇ ਸੈਂਕਸ਼ਨਸ ਵੀ ਲੱਗਦੀਆਂ ਹੈਗੀਆਂ ਤੇ ਨਾਲ ਦੀ ਨਾਲ ਉਧਰੋਂ ਤਾਲਿਬਾਨ ਦਾ ਦਬਾਅ ਵੀ ਜਾਰੀ ਰਹਿੰਦਾ, ਤਾਂ ਪਾਕਿਸਤਾਨ ਜਿਹੜਾ ਹੈਗਾ ਉਹ ਇੱਕ ਟੁੱਟਣ ਵਾਲੇ ਪਾਸੇ ਨੂੰ ਉਹਦੀ ਜਿਹੜੀ ਦਿਸ਼ਾ ਹੈਗੀ ਆ ਉਹ ਹੋ ਸਕਦੀ ਆ। ਸੋ ਇਹਦੇ ਲਈ ਹੁਣ ਇਸ ਵੇਲੇ ਕਿਉਂਕਿ ਕੋਈ ਜਿਹੜੀ UN ਨੂੰ ਉਹ ਵੀ ਕੋਈ ਕੰਮ ਨਹੀਂ ਕਰਦੀ, ਨਾ ਕੋਈ ਜਿਹੜੀ ਨਾਨ ਅਲਾਈਨ ਮੂਵਮੈਂਟ ਹੈਗੀ ਆ ਉਹ ਹੈਗੀ ਆ, ਕੋਈ ਇੰਟਰਨੈਸ਼ਨਲ ਫੋਰਮ ਇਸ ਵੇਲੇ ਇਦਾਂ ਦਾ ਹੈ ਨਹੀਂ ਕਿ ਜਿਹੜਾ ਇਸ ਕਿਸਮ ਦੇ ਜਿਹੜੇ ਮਸਲੇ ਹੈਗੇ ਆ ਉਹਨਾਂ ਨੂੰ ਹੱਲ ਕਰਾ ਸਕੇ। ਜੀ ਕਾਲੂ ਸਾਹਿਬ, ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕਾਫੀ ਗੱਲਾਂ ਬਾਤਾਂ ਆਪਣੀਆਂ ਅੱਜ ਦੇ ਪ੍ਰੋਗਰਾਮ ਲਈ ਇੰਨਾ ਕਾਫੀ ਹੈ, ਕਾਫੀ ਗੱਲਾਂ ਬਾਤਾਂ ਹੋ ਗਈਆਂ। ਕੱਲ ਆਪਾਂ ਦੁਬਾਰਾ ਮਿਲਾਂਗੇ ਜੀ ਕਾਲੂ ਸਾਹਿਬ। ਸੁਸ਼ੀਲ ਨਹੀਂ ਇੱਕ ਪਰਸਨਲ ਪ੍ਰੋਬਲਮ 'ਚ ਨੇ ਤੇ 2-3 ਦਿਨ ਸ਼ਾਇਦ ਉਹ ਨਹੀਂ ਆ ਪਾਉਣਗੇ, ਤੇ ਆਪਾਂ ਨੂੰ ਲਗਾਤਾਰ ਜਿਹੜਾ ਤੇ ਕੰਮ ਕਰਨਾ ਪਏਗਾ। ਕੱਲ ਨੂੰ ਆਪਾਂ 8 ਵਜੇ ਇਕੱਠੇ ਹੋਵਾਂਗੇ ਜੀ, ਥੋੜੀ ਜਿਹੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਡਾਕਟਰ ਗੁਰਨਾਮ ਕੌਰ ਹੋਰਾਂ ਨੇ ਆਉਣਾ, ਜਿਹੜਾ ਪ੍ਰੋਗਰਾਮ ਹੁੰਦਾ ਜੀ ਕੱਲ ਦੇ 8 ਵਜੇ ਦੁਬਾਰਾ ਆਪਾਂ ਇਸੇ ਤਰ੍ਹਾਂ ਹੀ ਪ੍ਰੋਗਰਾਮ ਆਪਾਂ ਗੱਲਬਾਤ ਕਰਾਂਗੇ ਜੀ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ। ਸ਼ੁਕਰੀਆ ਜੀ, ਸ਼ੁਕਰੀਆ। ਨੇ ਪ੍ਰਭਾਵਿਤ ਹਰ ਰੋਜ਼ ਦੁਨੀਆ ਭਰ ਵਿੱਚ